किसान ਜਿਹੜੇ ਆ ਉਹ ਸਰਕਾਰ ਦੇ ਆ, ਸਰਕਾਰ ਕਿਸਾਨ ਦੀ ਹੈ, ਪਰ ਇਹਦੇ 'ਚ ਕਿਤੇ ਨਾ ਕਿਤੇ ਗੱਲ ਜਿੱਦ ਦੀ ਹੈਗੀ ਆ। ਕਿਸਾਨ ਨੂੰ ਕਹਿੰਦਾ ਕਿ ਤੇਰੀ ਜ਼ਮੀਨ ਖੋਹ ਕੇ ਅਡਾਨੀ ਅੰਬਾਨੀ ਨੂੰ ਦੇ ਦੇਣੀ ਆ, ਨਾ ਕਿਸੇ ਨੇ ਜ਼ਮੀਨ ਖੋਹੀ ਆ ਤੇ ਨਾ ਖੋਹਣੀ ਆ, ਨਾ ਕੋਈ ਕਿਸਾਨ ਦੀ ਜ਼ਮੀਨ ਖੋਹ ਕੇ ਦੇ ਸਕਦਾ। ਉਹੀ ਰਟਿਆ ਰਟਾਇਆ ਇਹਨਾਂ ਦਾ ਇਲਾਵਾ ਉਹੀ ਇਹ ਬੋਲੀ ਜਾਂਦੇ ਆ ਲਗਾਤਾਰ। ਇਹ ਗੱਲ ਮੰਨਦੇ ਆ ਵੀ ਕਿਸਾਨ ਇਹਦੇ ਵਿੱਚ ਹੈਗਾ ਸੰਸ਼ੋਧਨ ਕਾਹਦੇ ਰੱਦ ਕਿਉਂ ਨਹੀਂ ਕੀਤੇ ਜਾਂਦੇ ਜਦੋਂ ਕਿਸੇ ਦੀ ਕੋਈ ਡਿਮਾਂਡ ਨਹੀਂ, ਕਿਸੇ ਕਿਸਾਨ ਜਥੇਬੰਦੀ ਦੀ, ਕਿਸੇ ਕਿਸਾਨਾਂ ਦੀ। ਤੇ ਇਹ ਤੋਮਰ ਵਾਲੀ ਬੋਲੀ ਜਿਹੜਾ ਹੈਗਾ ਇਹ ਗਰੇਵਾਲ ਬੋਲੀ ਜਾਂਦਾ, ਇਹ ਲਗਾਤਾਰ ਇਹ ਕਿਸਾਨਾਂ ਨੂੰ ਕਿਤੇ ਕੁਛ ਕਹਿੰਦਾ ਕਿਤੇ ਕੁਛ ਕਹਿੰਦਾ। ਸੋ ਇਸ ਕਰਕੇ ਜਿਹੜੇ ਖੇਤੀ ਵਿਰੋਧੀ ਤਿੰਨੇ ਕਾਲੇ ਕਾਨੂੰਨ ਆ ਜਿੰਨਾ ਚਿਰ ਰੱਦ ਨਹੀਂ ਹੋਣਗੇ ਉਹਨਾਂ ਚਿਰ ਵਿੱਚ ਵਿਚਾਲੇ ਵਾਲਾ ਕੋਈ ਰਸਤਾ ਹੀ ਨਹੀਂ ਹੈਗਾ। ਕੋਈ ਵੇਲਾ ਸੀ ਕਿ ਪਾਰਟੀ ਦੀ ਲਾਈਨ ਤੋਂ ਉਲਟ ਜਾ ਕੇ ਵੀ ਗਰੇਵਾਲ ਸਾਹਿਬ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਗੱਲਾਂ ਕਰਦੇ ਰਹੇ ਆ, ਪਰ ਇਹ ਤਿੰਨ ਕਾਨੂੰਨਾਂ ਜਿਹੜੇ ਕਾਲੇ ਕਾਨੂੰਨ ਆ ਉਹਦੇ ਸਬੰਧ ਵਿੱਚ ਪਤਾ ਨਹੀਂ ਥੋੜ੍ਹਾ ਜਿਹਾ ਇਹ ਸਰਕਾਰ ਦੇ ਨਾਲ ਜ਼ਿਆਦਾ ਖੜੇ ਹੋਏ ਲੱਗਦੇ ਆ ਤੇ ਕਿਸਾਨਾਂ ਨਾਲ ਘੱਟ ਲੱਗਦੇ ਆ। ਨਜ਼ਰੀਏ ਦੀ ਟੀਵੀ ਜਗਤਾਰ ਸਿੰਘ ਸਿੱਧੂ ਵੱਲੋਂ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ, ਸਵਾਗਤ ਹੈ। ਤਿੰਨ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਮੁੱਦੇ ਤੇ ਕਿਸਾਨ ਜਥੇਬੰਦੀਆਂ ਨੂੰ ਦਿੱਲੀ ਦੇ ਬਾਰਡਰਾਂ ਤੇ ਬੈਠਿਆਂ 8 ਮਹੀਨੇ ਹੋ ਗਏ ਹੈ। ਇਸ ਅੰਦੋਲਨ ਦੇ ਚੱਲਦਿਆਂ ਇੱਕੋ ਗੱਲ ਜਿਹੜੀ ਸਾਫ਼ ਤੌਰ ਤੇ ਕਹੀ ਜਾ ਸਕਦੀ ਹੈ ਕਿ ਨਾ ਤਾਂ ਅਜੇ ਤੱਕ ਸਰਕਾਰ ਝੁਕੀ ਹੈ ਤੇ ਨਾ ਹੀ ਕਿਸਾਨ ਥੱਕੇ ਹੈ। ਗਰਮੀ ਹੋਵੇ, ਸਰਦੀ ਹੋਵੇ, ਬਾਰਿਸ਼ਾਂ ਹੋਣ ਜਾਂ ਕੰਡਿਆਲੀਆਂ ਤਾਰਾਂ ਲਾਈਆਂ ਗਈਆਂ ਹੋਣ, ਦਿੱਲੀ ਦੇ ਬਾਰਡਰਾਂ ਦੇ ਜਿਹੜੇ ਕਿਸਾਨੀ ਅੰਦੋਲਨ ਦੇ ਨਾਅਰੇ ਗੂੰਜ ਰਹੇ ਹੈ ਉਹ ਸੂਬਿਆਂ ਦੀਆਂ ਹੱਦਾਂ ਤੋਂ ਬਾਹਰ ਨਿਕਲ ਕੇ ਕੌਮੀ ਪੱਧਰ 'ਤੇ ਗਏ ਹੈ ਤੇ ਹੁਣ ਕੌਮਾਂਤਰੀ ਪੱਧਰ 'ਤੇ ਵੀ ਉਹਨਾਂ ਦੀ ਗੂੰਜ ਸੁਣਾਈ ਦੇ ਰਹੀ ਹੈ। ਇਹਨਾਂ ਮੁੱਦਿਆਂ 'ਤੇ ਵਖਰੇਵਾਂ ਹੋਣਾ ਸੁਭਾਵਿਕ ਹੈ, ਪਰ ਇੱਕ ਗੱਲ ਜਿਹੜੀ ਕਿਸਾਨ ਅੰਦੋਲਨ 'ਚ ਉੱਭਰ ਕੇ ਸਾਹਮਣੇ ਆਈ ਹੈ ਕਿ ਤਿੰਨੇ ਖੇਤੀ ਕਾਨੂੰਨ ਰੱਦ ਕਰਵਾਏ ਬਗੈਰ ਉਹ ਆਪਣੇ ਘਰਾਂ ਨੂੰ ਵਾਪਸ ਨਹੀਂ ਮੁੜਨਗੇ। ਇਹਨਾਂ ਮੁੱਦਿਆਂ 'ਤੇ ਮੇਰੇ ਨਾਲ ਪੈਨਲ ਸਾਡੇ ਜਿਹੜੇ ਖਾਸ ਮਹਿਮਾਨ ਜੁੜੇ ਹੋਏ ਹੈ, ਮੈਂ ਦਰਸ਼ਕਾਂ ਦੇ ਧਿਆਨ 'ਚ ਲਿਆਉਣਾ ਚਾਹੁੰਦਾ ਕਿ ਮਹਿਮਾਨਾਂ ਦੀ ਰਾਏ ਵੱਖੋ ਵੱਖਰੀ ਹੋ ਸਕਦੀ ਹੈ, ਪਰ ਸਾਰੇ ਮਹਿਮਾਨ ਖੇਤੀ ਅੰਦੋਲਨ ਨਾਲ, ਕਿਸਾਨੀ ਪਿਛੋਕੜ ਨਾਲ ਜੁੜੇ ਹੋਏ ਨੇਤਾ ਮਹਿਮਾਨ ਹੈ। ਉਹਨਾਂ ਸਾਰੇ ਮਹਿਮਾਨਾਂ ਨੂੰ ਤੁਹਾਡੇ ਸਾਰਿਆਂ ਵੱਲੋਂ ਵੈਲਕਮ ਕਰਦਾ ਹੋਇਆ ਜਾਣ ਪਛਾਣ ਕਰਾਉਣਾ। ਸਾਡੇ ਨਾਲ ਮਹਿਮਾਨ ਨੇ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਹਰਜੀਤ ਸਿੰਘ ਗਰੇਵਾਲ ਜੀ, ਸਾਡੇ ਨਾਲ ਆਮ ਆਦਮੀ ਪਾਰਟੀ ਦੇ ਬੁਲਾਰੇ ਨੇ ਮਾਲਵਿੰਦਰ ਸਿੰਘ ਕੰਗ, ਸਾਡੇ ਨਾਲ ਰਾਜਸੀ ਵਿਸ਼ਲੇਸ਼ਕ ਨੇ ਪ੍ਰੋਫੈਸਰ ਮਨਜੀਤ ਸਿੰਘ, ਇਸੇ ਤਰ੍ਹਾਂ ਟਿੱਕਰੀ ਬਾਰਡਰ ਤੋਂ ਸਾਡੇ ਨਾਲ ਜੁੜੇ ਆ ਬਲਦੇਵ ਸਿੰਘ ਭਾਈਰੂਪਾ। ਮੈਂ ਕਹਿ ਸਕਦਾ ਹਾਂ ਕਿ ਸੰਸਦ ਦੇ ਅੰਦਰ ਤਾਂ ਕਿਸਾਨਾਂ ਦੀ ਸੁਣਵਾਈ ਨਹੀਂ ਹੋ ਰਹੀ, ਪਰ ਪੈਨਲ ਦੇ ਪਾਸ ਜ਼ਰੂਰ ਇਹ ਸੰਸਦ ਜਿਹੜੀ ਹੈਗੀ ਜੁੜੀ ਹੈ। ਇੱਕ ਪਾਸੇ ਭਾਜਪਾ ਨੇਤਾ ਤੇ ਦੂਜੇ ਪਾਸੇ ਕਿਸਾਨਾਂ ਦੇ ਹਮਾਇਤੀ ਆ, ਉਹਨਾਂ ਨਾਲ ਬਹੁਤ ਸਾਰੇ ਲਵਾਂਗੇ ਸਵਾਲ। ਇਹਨਾਂ ਮੁੱਦਿਆਂ 'ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਜਿੱਥੇ ਆਪਣੇ ਮਹਿਮਾਨਾਂ ਦਾ ਮੈਂ ਸਵਾਗਤ ਕਰਦਾ ਹਾਂ ਤੇ ਇਹਨਾਂ ਸਾਰਿਆਂ ਨੂੰ ਜੀ ਆਖਦਾ ਤੇ ਨਾਲ ਹੀ ਆਪਾਂ ਇਸ ਸੰਸਦ ਦੀ ਸ਼ੁਰੂਆਤ ਕਰਦੇ ਹਾਂ। ਗਰੇਵਾਲ ਸਾਹਿਬ, ਅੱਜ ਤੁਸੀਂ ਇਸ ਕਿਸਾਨ ਸੰਸਦ ਦੇ ਸਪੀਕਰ ਹੋ, ਇਸ ਕਰਕੇ ਪਹਿਲਾ ਸਵਾਲ ਤੁਹਾਡੇ ਕੋਲੋਂ ਲੈਣ ਲੱਗੇ ਹਾਂ। ਜੀ ਗਰੇਵਾਲ ਜੀ, ਜਿੱਦਾਂ ਮੈਂ ਕਿਹਾ ਕਿ ਕਿਸਾਨ ਅੰਦੋਲਨ ਚੱਲਦਿਆਂ ਨੂੰ 8 ਮਹੀਨੇ ਹੋ ਗਏ ਹੈ, ਨਾ ਤਾਂ ਸਰਕਾਰ ਹੀ ਚੁੱਕੀ ਹੈ ਤੇ ਨਾ ਹੀ ਕਿਸਾਨ ਥੱਕੇ ਹੈ। ਖੇਤੀ ਮੁੱਦੇ ਤੇ ਜਿਹੜਾ ਇੰਨੇ ਲੰਮੇ ਸਮੇਂ ਤੋਂ ਅੰਦੋਲਨ ਹੈ, ਗਰੇਵਾਲ ਜੀ ਕਿਉਂ ਨਹੀਂ ਹੋ ਰਿਹਾ ਨਿਪਟਾਰਾ, ਕਿਉਂ ਨਹੀਂ ਮਸਲਾ ਹੱਲ ਹੋ ਰਿਹਾ? ਗਰੇਵਾਲ ਸਾਹਿਬ। ਜਗਤਾਰ ਜੀ, ਇਹਦੇ 'ਚ ਨਾ ਤਾਂ ਕਿਸੇ ਦੇ ਝੁਕਣ ਦੀ ਗੱਲ ਆ ਤੇ ਨਾ ਹੀ ਕਿਸੇ ਦੇ ਥੱਕਣ ਦੀ ਗੱਲ ਆ। ਕਿਸਾਨ ਜਿਹੜੇ ਆ ਉਹ ਸਰਕਾਰ ਦੇ ਆ, ਸਰਕਾਰ ਕਿਸਾਨ ਦੀ ਹੈ, ਪਰ ਇਹਦੇ 'ਚ ਕਿਤੇ ਨਾ ਕਿਤੇ ਗੱਲ ਜਿੱਦ ਦੀ ਹੈਗੀ ਆ, ਜਾਂ ਉਹਨੂੰ ਆਪਾਂ ਮਿਸਅੰਡਰਸਟੈਂਡਿੰਗ ਕਹਿ ਲਈਏ, ਉਸ ਦੀ ਹੈਗੀ ਹੈ। ਔਰ ਸਰਕਾਰ ਗੱਲ ਕਰਨ ਲਈ ਵੀ ਤਿਆਰ ਆ, ਸੁਣਨ ਲਈ ਵੀ ਤਿਆਰ ਆ। ਦੇਖੋ, ਪਹਿਲੀ ਗੱਲ ਤਾਂ ਇਹ ਆ ਕਿ ਵਿਵਸਥਾ ਚਲਾਉਣ ਲਈ ਕਾਨੂੰਨ ਬਹੁਤ ਜ਼ਰੂਰੀ ਹੁੰਦੇ ਆ। ਕਾਨੂੰਨਾਂ ਦੇ ਵਿੱਚ ਮਦਾਂ ਕੀ ਨੇ, ਅਸਲ ਗੱਲ ਉਹ ਹੁੰਦੀ ਹੈ, ਬਾਕੀ ਤਾਂ ਕਾਨੂੰਨ ਕੁਝ ਵੀ ਨਹੀਂ ਹੈ। ਤੇ ਉਹਦੇ 'ਚ ਜੋ ਤਰਮੀਮ ਕਰਨ ਵਾਲੀ ਹੈ, ਸਰ ਕਿਹਾ ਵੀ ਆਪਾਂ ਬੈਠ ਕੇ ਗੱਲ ਕਰ ਲਈਏ। ਤੁਸੀਂ 5 ਮੈਂਬਰ ਦੀ ਕਮੇਟੀ ਦੇ ਦਿਓ, ਜੋ ਉਹਦੇ 'ਚੋਂ ਕੱਢਣਾ, ਜੋ ਪਾਉਣਾ ਉਹ ਕਰ ਲਓ। ਤੇ ਹੋਰ ਕਾਨੂੰਨ ਦੇ ਵਿੱਚ ਕੀ ਬਚਿਆ ਹੁੰਦਾ? ਕੁਝ ਵੀ ਨਹੀਂ। ਉਹ ਜਿੱਦ ਵਾਲੀ ਗੱਲ ਆ ਕਿ ਰਿਪੀਲ ਕਰੋ, ਉਹ ਤਾਂ ਕੋਈ ਐਸੀ ਗੱਲ ਨਹੀਂ ਹੈ। ਉਹ ਤਾਂ ਕਿਸਾਨ ਇੱਕ ਗਲਤ ਰਸਤੇ 'ਤੇ ਲਗਾਇਆ ਹੋਇਆ। ਔਰ ਦੂਸਰੀ ਗੱਲ ਜਿਹੜੀ ਇਹਦੇ 'ਚ ਕਿ ਕਿਸਾਨ ਨੂੰ ਕਹਿੰਦਾ ਕਿ ਤੇਰੀ ਜ਼ਮੀਨ ਖੋਹ ਕੇ ਅਡਾਨੀ ਅੰਬਾਨੀ ਨੂੰ ਦੇ ਦੇਣੀ ਆ, ਨਾ ਕਿਸੇ ਨੇ ਜ਼ਮੀਨ ਖੋਹੀ ਆ ਤੇ ਨਾ ਖੋਹਣੀ ਆ, ਨਾ ਕੋਈ ਕਿਸਾਨ ਦੀ ਜ਼ਮੀਨ ਖੋਹ ਕੇ ਦੇ ਸਕਦਾ। ਜਦੋਂ ਜੱਟ ਨੂੰ ਕਹਦੇ ਉਹ ਤੇਰੀ ਜ਼ਮੀਨ ਖੋਹ ਲੈਣੀ ਆ, ਉਹ ਮਰਨ ਮਰਨ 'ਤੇ ਹੋ ਜਾਂਦਾ, ਤੇ ਉਹ ਮਰਨ ਮਰਨ 'ਤੇ ਹੋ ਕੇ ਗਿਆ ਹੋਇਆ, ਜੈਨੂਨ ਕਿਸਾਨ ਗਿਆ ਹੋਇਆ। ਪਰ ਜੇ ਕਿਤੇ ਕੋਈ ਨਾ ਕੋਈ ਕਿਤੇ ਆਪਾਂ ਕਹੀਏ ਵੀ ਕਮੀ ਹੈਗੀ ਆ, ਉਹ ਜਾਂ ਤਾਂ ਕਿਸਾਨ ਲੀਡਰਾਂ 'ਚ
ਜਾਂ ਦੂਜੇ ਪਾਸੇ ਸਾਹਮਣੇ ਸਰਕਾਰ ਹੈ, ਤੇ ਇਹ ਦੋਨਾਂ ਚ ਹੋ ਕੇ Okay. ਕਿਸਾਨ ਚ ਕੋਈ ਕਮੀ ਨਹੀਂ ਹੈ। ਕਿਸਾਨ ਨੂੰ ਤਾਂ ਸਮਝਾ ਕੇ ਲੈ ਗਏ ਨੇ। ਤੇ ਮੈਂ ਇਹ ਕਹਿਣਾ ਕਿ ਜੇ ਕਿਸਾਨ ਲੀਡਰਾਂ ਨੂੰ ਵੀ ਇਹ ਪ੍ਰਾਰਥਨਾ ਕਰਦਾ ਕਿ ਜਦੋਂ ਸਰਕਾਰ ਗੱਲ ਕਰਕੇ ਤੁਹਾਡੀ ਗੱਲਬਾਤ ਸਾਰੀ ਸੁਣਨ ਨੂੰ ਔਰ ਮੰਨਣ ਨੂੰ ਤਿਆਰ ਆ, ਤੇ ਤੁਸੀਂ ਇੱਕ ਜਿੱਤ ਤੇ ਕਿਉਂ ਅੜੇ ਹੋਏ ਹੋ, ਇਹ ਜਿੱਤ ਨੂੰ ਛੱਡੋ ਔਰ ਆਪਣੀਆਂ ਗੱਲਾਂ ਮਨਵਾ ਕੇ ਕਿਸਾਨ ਨੂੰ ਘਰਾਂ ਨੂੰ ਲੈ ਕੇ ਆਓ। ਕਿਉਂਕਿ ਜਿੰਨੀ ਦੇਰ ਕਿਸਾਨ ਪੰਜਾਬ ਦੇ, ਦੇਖੋ ਜਗਤਾਰ ਜੀ, ਤੁਹਾਨੂੰ ਪਤਾ ਕਿ ਪਿਛਲੇ 5 ਸਾਲ ਦੇ ਅੰਦਰ 2.25 ਲੱਖ ਤੋਂ ਜ਼ਿਆਦਾ ਨੌਜਵਾਨ ਵਿਦੇਸ਼ਾਂ 'ਚ ਜਾ ਚੁੱਕੇ ਨੇ ਪੜ੍ਹਾਈ ਦੇ ਨਾਮ ਤੇ। ਉਹ ਪੜ੍ਹਾਈ ਲਈ ਨਹੀਂ ਗਏ ਉਹਦੇ 'ਚ ਬਹੁਤੇ, ਉਹ ਸਿਰਫ ਉੱਥੇ ਸੈਟਲ ਹੋਣ ਲਈ ਗਏ ਨੇ, ਕਿਉਂਕਿ ਪੰਜਾਬ 'ਚ ਰੁਜ਼ਗਾਰ ਨਹੀਂ ਹੈ। ਚਾਹੇ ਸਰਕਾਰ ਪਿਛਲੀ ਰਹੀ, ਚਾਹੇ ਅੱਜ ਦੀ ਰਹੀ, ਕਿਸੇ ਸਰਕਾਰ ਨੇ ਵੀ ਰੁਜ਼ਗਾਰ ਦੇ ਉਪਰਾਲੇ ਨਹੀਂ ਕੀਤੇ, ਨਾ ਕੋਈ ਇਨਵੈਸਟਮੈਂਟ ਆਈ। ਲੋਕ ਉਲਟਾ ਜਾ ਰਹੇ ਨੇ ਪੰਜਾਬ ਤੋਂ, ਜਿਹੜੇ ਇਨਵੈਸਟਰ ਨੇ ਉਹ ਵੀ ਜਾ ਰਹੇ ਨੇ, ਤੇ ਪੰਜਾਬ ਦਾ ਅੱਗੇ ਦਾ ਭਵਿੱਖ ਠੀਕ ਨਹੀਂ ਹੈ। ਤੇ ਇਸ ਲਈ ਇਸ ਮੁੱਦੇ ਤੇ ਆਪਾਂ ਆਵਾਂਗੇ, ਇਸ ਮੁੱਦੇ ਤੇ ਆਵਾਂਗੇ, ਆਪਾਂ ਜਵਾਬ ਲੈ ਲਈਏ। ਬਲਦੇਵ ਜੀ ਮੇਰੀ ਆਵਾਜ਼ ਆ ਰਹੀ ਹੈ? ਬਲਦੇਵ ਜੀ ਤੁਸੀਂ ਸੁਣ ਜੀ, ਬਲਦੇਵ ਜੀ ਕਲੀਅਰ ਆ ਰਹੀ ਜੀ? ਬਲਦੇਵ ਜੀ ਮੇਰੀ ਆਵਾਜ਼ ਆ ਰਹੀ ਹੈ? ਤੁਹਾਡੀ ਆਵਾਜ਼ ਹੁਣ ਆਉਂਦੀ ਹੈ ਜੀ। ਬਲਦੇਵ ਜੀ ਗੱਲ ਸੁਣੀ ਹੈ ਭਾਜਪਾ ਦੇ ਸੀਨੀਅਰ ਨੇਤਾ ਗਰੇਵਾਲ ਦੀ, ਉਹਨਾਂ ਦਾ ਕਹਿਣਾ ਹੈ ਕਿ ਕਿਸਾਨ ਨੇਤਾ ਜਿਹੜੇ ਜਿੱਦ ਛੱਡਣ, ਅਸੀਂ ਤਾਂ ਗੱਲਬਾਤ ਕਰਨ ਨੂੰ ਤਿਆਰ ਆ, ਇੰਨੇ ਮਹੀਨੇ ਲੰਘ ਗਏ, ਜਿਹੜੀਆਂ ਸੋਧਾਂ ਕਰਾਉਣ ਨੂੰ ਸੋਧਾਂ ਕਰਵਾ ਲਓ, ਕਿਉਂ ਜਿੱਦ ਫੜੀ ਹੈ ਇੰਨੇ ਲੰਬੇ ਸਮੇਂ ਤੋਂ, ਜਿਹਦਾ ਨੁਕਸਾਨ ਹੋ ਰਿਹਾ। ਦੇਖੋ ਸਿੱਧੂ ਸਾਹਿਬ ਜੀ, ਇਹ ਉਹੀ ਰਟਿਆ ਰਟਾਇਆ ਇਹਨਾਂ ਦਾ ਆਲਾਪ ਆ, ਉਹੀ ਇਹ ਬੋਲੀ ਜਾਂਦੇ ਆ ਲਗਾਤਾਰ। ਜਦੋਂ ਪਹਿਲਾਂ 11 ਮੀਟਿੰਗਾਂ ਹੋਈਆਂ ਸਰਕਾਰ ਦੇ ਨਾਲ, ਉਹਦੇ ਚ ਕਲੌਜ ਬਾਈ ਕਲੌਜ ਸਾਰਾ ਕੁਝ ਦੱਸਤਾ। ਇਹ ਜਿਹੜੇ ਖੇਤੀ ਵਿਰੋਧੀ 3 ਕਾਲੇ ਕਾਨੂੰਨ ਨੇ, ਇਹ ਕਿਸਾਨਾਂ ਦੇ ਵਾਰੰਟਾਂ ਦੇ ਸਾਈਨ ਤਾਂ ਹੈਗੇ ਹੀ ਹੈਗੇ, ਤੇ ਇਹ ਲੋਕ ਵਿਰੋਧੀ ਨੇ। ਇਸ ਕਰਕੇ ਜਿਹੜਾ ਹੈਗਾ, ਇਹ ਕਹਿੰਦੇ ਵੀ ਸੋਧਾਂ ਕਰ ਦਿੰਦੇ ਆ। ਪਹਿਲਾਂ ਤਾਂ ਇਹ ਕਹਿੰਦੇ ਸੀ ਵੀ ਇਹਦੇ ਵਿੱਚ ਕੋਈ ਮਤਲਬ ਕੋਈ ਇਹੋ ਜਿਹੀ ਗਲਤ ਗੱਲ ਹੀ ਹੈ ਨਹੀਂ, ਕੋਈ ਕਿਸਾਨਾਂ ਦੇ ਵਿਰੁੱਧ ਕੁਛ ਨਹੀਂ। ਇਹ ਗੱਲ ਮੰਨਦੇ ਆ ਵੀ ਕਿਸਾਨ ਇਹਦੇ ਵਿੱਚ ਹੈਗਾ ਸੰਸ਼ੋਧਨ ਕਾਹਦੇ, ਰੱਦ ਕਿਉਂ ਨਹੀਂ ਕੀਤੇ ਜਾਂਦੇ ਜਦੋਂ ਕਿਸੇ ਦੀ ਕੋਈ ਡਿਮਾਂਡ ਨਹੀਂ, ਕਿਸੇ ਕਿਸਾਨ ਜਥੇਬੰਦੀ ਦੀ, ਕਿਸੇ ਕਿਸਾਨਾਂ ਦੀ। ਤੇ ਇਹ ਤੋਮਰ ਵਾਲੀ ਬੋਲੀ ਜਿਹੜਾ ਹੈਗਾ, ਇਹ ਗਰੇਵਾਲ ਬੋਲੀ ਜਾਂਦਾ, ਇਹ ਲਗਾਤਾਰ ਇਹੀ ਕਿਸਾਨਾਂ ਨੂੰ ਕਿਤੇ ਕੁਛ ਕਹਿੰਦਾ, ਕਿਤੇ ਕੁਛ ਕਹਿੰਦਾ। ਸੋ ਇਸ ਕਰਕੇ ਜਿਹੜੇ ਖੇਤੀ ਵਿਰੋਧੀ 3 ਕਾਲੇ ਕਾਨੂੰਨ ਆ, ਜਿੰਨਾ ਚਿਰ ਰੱਦ ਨਹੀਂ ਹੋਣਗੇ ਉਹਨਾਂ ਚਿਰ ਵਿੱਚ ਵਿਚਾਲੇ ਵਾਲਾ ਕੋਈ ਰਸਤਾ ਹੀ ਨਹੀਂ ਹੈਗਾ। ਓਕੇ ਬਲਦੇਵ ਜੀ, ਬਲਦੇਵ ਜੀ ਤੁਹਾਡੀ ਗੱਲ ਆ ਗਈ ਹੈ ਜੀ। ਕੰਗ ਸਾਹਿਬ ਜੀ, ਬਲਦੇਵ ਜੀ ਤੁਹਾਡਾ ਵਿਊ ਬਣ ਆ ਗਿਆ। ਕੰਗ ਸਾਹਿਬ ਮੈਂ ਸਵਾਲ ਤੁਹਾਡੇ ਤੋਂ ਲੈਣ ਲੱਗਿਆ ਹਾਂ। ਹਾਂਜੀ ਹਾਂਜੀ ਕੰਗ ਜੀ, ਤੁਸੀਂ ਵੀ ਬੇਸ਼ੱਕ ਆਮ ਆਦਮੀ ਪਾਰਟੀ ਦੇ ਬੁਲਾਰੇ ਹੋ, ਪਰ ਕਿਸਾਨ ਅੰਦੋਲਨ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹੋ, ਮੋਰਚਿਆਂ ਤੇ ਜਾਂਦੇ ਹੋ। ਬਲਦੇਵ ਉਹਨਾਂ ਨੂੰ ਸੁਣਿਆ ਤੁਸੀਂ ਉਹ ਵੀ ਟਿੱਕਰੀ ਦੇ ਬਾਰਡਰ ਤੋਂ ਬੋਲ ਰਹੇ ਸੀ, ਟੈਕਨੀਕਲ ਤੌਰ ਤੇ ਕਈ ਰਿਵਾਜ 'ਚ ਵੀ ਦਿੱਕਤਾਂ ਆ ਜਾਂਦੀਆਂ। ਕੰਗ ਸਾਹਿਬ ਜਿਹੜੇ ਕਮੈਂਟਸ ਤੁਸੀਂ ਸੁਣੇ ਆ ਗਰੇਵਾਲ ਸਾਹਿਬ ਦੇ, ਉਹ ਕਹਿੰਦੇ ਵੀ ਜਿੱਦ ਛੱਡਣ ਕਿਸਾਨ ਤਾਂ ਠੀਕ ਹੈ, ਪਰ ਕਿਸਾਨ ਜਿਹੜੇ ਆਗੂ ਆ ਉਹਨਾਂ ਨੂੰ ਸਮਝ ਨਹੀਂ, ਜਦੋਂ ਸਾਰਾ ਕੁਝ ਉਹ ਬਦਲ ਨੂੰ ਤਿਆਰ ਹੈ ਤਾਂ ਫਿਰ ਕਿਉਂ ਜਿੱਦ ਫੜੀ ਹੈ ਇੰਨੇ ਲੰਬੇ ਸਮੇਂ ਤੋਂ। ਕੰਗ ਸਾਹਿਬ ਕਿਵੇਂ ਲੱਗਦਾ ਤੁਹਾਨੂੰ? ਦੇਖੋ ਸਿੱਧੂ ਸਾਹਿਬ, ਗੱਲ ਇਹ ਆ, ਆਪਾਂ ਨੂੰ ਬੜੀ ਗੰਭੀਰਤਾ ਨਾਲ ਇਸ ਇਸ਼ੂ ਤੇ ਡਿਬੇਟ ਕਰਨੀ ਚਾਹੀਦੀ ਹੈ। ਐਵੇਂ ਉਹੀ ਗੱਲਾਂ ਜਿਹੜੀਆਂ 1 ਸਾਲ ਤੋਂ ਸੁਣੀ ਜਾ ਰਹੇ ਆ, ਗਰੇਵਾਲ ਸਾਹਿਬ ਨੇ ਵੀ ਉਹੀ ਦੁਹਰਾਤੀਆਂ, ਹਾਲਾਂਕਿ ਬੜੇ ਸੀਨੀਅਰ ਲੀਡਰ ਹੈ ਪਾਰਟੀ ਦੇ। ਗੱਲ ਇਹ ਆ ਵੀ ਅੱਜ ਦੁਨੀਆ 'ਚ ਅਸੀਂ ਕਹਿੰਦੇ ਆ ਵੀ ਅਸੀਂ ਬੜੀ ਵੱਡੀ ਲੋਕਸ਼ਾਹੀ ਆ, ਲੋਕਤੰਤਰ ਹੈ ਦੁਨੀਆ ਦਾ ਸਭ ਤੋਂ ਵੱਡਾ। ਇੰਨੇ ਵੱਡੇ ਲੋਕਤੰਤਰ ਦੀ ਅੱਜ ਜਿਸ ਤਰੀਕੇ ਨਾਲ ਸਾਰੀ ਦੁਨੀਆ 'ਚ ਬਦਨਾਮੀ ਹੋ ਰਹੀ ਹੈ, ਜਿਸ ਤਰੀਕੇ ਨਾਲ ਇੱਕ ਮੈਸੇਜ ਆ ਰਿਹਾ ਵੀ ਸਭ ਤੋਂ ਦੁਨੀਆ ਦੇ ਵੱਡੇ ਲੋਕਤੰਤਰ 'ਚ ਲੋਕਾਂ ਤੇ ਇੱਕ ਡਿਕਟੇਟਰ ਦੀ ਤਰ੍ਹਾਂ ਉਹਨਾਂ ਨੂੰ ਦਬਾਇਆ ਜਾ ਰਿਹਾ ਹੈ, ਜਿਹੜਾ ਇਸ ਮੁਲਕ ਦਾ ਸਭ ਤੋਂ ਵੱਡਾ ਇੱਕ ਆਰਥਿਕ ਉਹਦੀ ਜਿਹੜੀ ਸਾਰੀ ਉਹਦੀ ਢਾਂਚਾ ਹੈ, ਉਹਦੇ 'ਚ ਸਭ ਤੋਂ ਵੱਧ ਯੋਗਦਾਨ ਪਾਉਣ ਵਾਲਾ, ਤਕਰੀਬਨ ਜਿਸ ਮੁਲਕ ਦੀ GDP 'ਚ 60-70% ਯੋਗਦਾਨ ਖੇਤੀਬਾੜੀ ਨਾਲ ਸੰਬੰਧਿਤ ਸਾਰੇ ਕਿੱਤੇ ਦੀ ਹੋਵੇ, ਤੇ ਉਹ ਵਰਗ ਪਿਛਲੇ ਤਕਰੀਬਨ 1 ਸਾਲ ਸੜਕਾਂ ਤੇ ਬੈਠਾ ਹੈ। ਔਰ ਖਾਸ ਕਰ ਜਿਹੜੀ ਇਸ ਮੁਲਕ ਦੀ ਕੈਪੀਟਲ ਦੇ 4 ਚੁਫੇਰੇ ਬੈਠਾ ਹੈ, ਔਰ ਚਾਹੇ ਉਹ ਬਰਸਾਤ ਹੈ ਜਿਸ ਤਰ੍ਹਾਂ ਤੁਸੀਂ ਆਪਣੀ ਭੂਮਿਕਾ ਦੱਸਿਆ, ਚਾਹੇ ਸਰਦੀ ਹੈ, ਚਾਹੇ ਗਰਮੀ ਹੈ, ਔਰ ਕਈ ਔਰ ਚੋਂ ਜਾਨਾਂ ਜਿਹੜੀਆਂ ਇਸ ਦੌਰਾਨ ਗਵਾ ਚੁੱਕੇ ਆ ਕਿਸਾਨ। ਉਸ ਤੋਂ ਬਾਵਜੂਦ ਵੀ ਇੱਕ ਚੁਣੀ ਹੋਈ ਸਰਕਾਰ ਤਾਨਾਸ਼ਾਹੀ ਰਵੱਈਆ ਦਿਖਾ ਕੇ
ਇੱਕ ਡਿਕਟੇਟਰ ਦੀ ਤਰ੍ਹਾਂ, ਇੱਕ ਅਹੰਕਾਰੀ ਦੀ ਤਰ੍ਹਾਂ, ਇੱਕ ਜਿਹਨੂੰ ਕਹਿ ਲਓ ਵੀ ਇਨਹਿਊਮਨ ਇਨਸਾਨੀਅਤ ਕਿਤੇ ਦਿਖ ਵੀ ਨਹੀਂ ਰਹੀ। ਔਰ ਉਹਨੂੰ ਇਹ ਸੋਚਣਾ ਚਾਹੀਦਾ ਹੈ ਵੀ ਆਪਣੇ ਮੁਲਕ ਦੇ ਜਿਹੜੇ ਲੋਕ ਹੈ, ਜਦੋਂ ਤੁਸੀਂ ਕਹਿੰਦੇ ਹੋ ਅਸੀਂ ਇਹਨਾਂ ਲਈ ਕਾਨੂੰਨ ਬਣਾਏ ਆ, ਕਾਨੂੰਨ ਬਣਦੇ ਆ, ਸਰਕਾਰਾਂ ਬਣਾਉਂਦੀਆਂ ਆ, ਹਮੇਸ਼ਾ ਬਣਦੇ ਵੀ ਰਹੇ ਆ ਤੇ ਬਦਲਦੇ ਵੀ ਰਹੇ ਆ। ਜਦੋਂ ਐਡਾ ਵੱਡਾ ਤਬਕਾ ਲਗਾਤਾਰ ਇੰਨੀਆਂ ਮੁਸ਼ਕਲਾਂ ਚੋਂ ਨਿਕਲ ਕੇ ਸੰਘਰਸ਼ ਕਰ ਰਿਹਾ, ਔਰ ਉਹ ਸੰਘਰਸ਼ ਵੀ ਬੜਾ ਜਿਹਨੂੰ ਕਹਿ ਲਓ ਵੀ ਡੈਮੋਕ੍ਰੈਟਿਕ ਤਰੀਕੇ ਨਾਲ, ਲੋਕਸ਼ਾਹੀ ਤਰੀਕੇ ਨਾਲ, ਸ਼ਾਂਤੀ ਨਾਲ ਕਰ ਰਿਹਾ, ਕਿਸੇ ਤਰੀਕੇ ਦਾ ਉਹਨਾਂ ਨੇ ਕੋਈ ਇਹੋ ਜਿਹਾ ਸਟੈਪ ਨਹੀਂ ਲਿਆ ਜਿਹਦੇ ਨਾਲ ਲੋਕਤਾਂਤਰਿਕ ਪਰੰਪਰਾਵਾਂ ਦਾ ਕਿਤੇ ਨੁਕਸਾਨ ਹੋਵੇ। ਔਰ ਉਸ ਦੇ ਬਾਵਜੂਦ ਵੀ ਇਹ ਸਰਕਾਰ ਨਾ ਸੁਣੇ, ਇਹ ਸਾਡੇ ਸਾਰਿਆਂ ਦੀ ਬੜੀ ਸ਼ਰਮਨਾਕ ਗੱਲ ਹੈ। ਔਰ ਇਸ ਤੋਂ ਸ਼ਰਮਨਾਕ ਕੋਈ ਗੱਲ ਹੋ ਹੀ ਨਹੀਂ ਸਕਦੀ ਵੀ ਇੱਕ ਚੁਣੀ ਹੋਈ ਸਰਕਾਰ 1 ਸਾਲ ਤੋਂ ਬੈਠੇ ਅੰਦੋਲਨਕਾਰੀ ਜਿਨ੍ਹਾਂ ਚੋਂ ਹਜ਼ਾਰਾਂ ਸ਼ਹੀਦ ਹੋ ਗਏ ਆ, ਫਿਰ ਵੀ ਉਹਨਾਂ ਦੀ ਸੁਣਵਾਈ ਨਹੀਂ ਕਰ ਰਹੀ। ਇਹ ਸਾਡੇ ਮੁਲਕ ਤੇ ਕਲੰਕ ਹੈ। ਸਾਰੀ ਦੁਨੀਆ ਸਾਨੂੰ ਇਸ ਤੇ ਸਾਨੂੰ ਸ਼ਰਮ ਹੋਣੀ ਚਾਹੀਦੀ। ਕੰਗ ਜੀ ਬਿਲਕੁਲ ਤੁਹਾਡਾ ਵੀਡੀਓ ਬਣਾ ਗਿਆ। ਪ੍ਰੋਫੈਸਰ ਮਨਜੀਤ ਸਿੰਘ ਜੀ, ਜਿਵੇਂ ਬਾਕੀ ਮਹਿਮਾਨਾਂ ਬਾਰੇ ਕਿਹਾ, ਤੁਸੀਂ ਵੀ ਜਿਹੜਾ ਹੈਗਾ ਕਿਸਾਨ ਅੰਦੋਲਨ ਨਾਲ ਬਹੁਤ ਨਜ਼ਦੀਕ ਤੋਂ ਵਾਹ ਵਾਸਤਾ ਹੈ, ਅੰਦੋਲਨਾਂ ਨਾਲ ਸ਼ਾਮਲ ਵੀ ਹੁੰਦੇ ਰਹੇ ਹੋ। ਪਰ ਇੱਕ ਬਹੁਤ ਸੰਜੀਦਾ ਗੱਲ ਜਿਹੜੀ ਕੰਗ ਸਾਹਿਬ ਨੇ ਕਹੀ ਹੈ ਕਿ ਸਾਨੂੰ ਇਹਦੇ ਤੇ ਸੰਜੀਦਗੀ ਨਾਲ ਗੱਲ ਕਰਨ ਦੀ ਲੋੜ ਹੈ। ਕਿਸਾਨ ਕਹਿ ਰਿਹਾ ਹੈ ਕਿ 8 ਮਹੀਨੇ ਹੋ ਗਏ ਆ, ਸਾਡੀ ਗੱਲ ਸੁਣੀ ਨਹੀਂ ਜਾ ਰਹੀ। ਕਿਸਾਨ ਦੇ ਮੁੱਦਿਆਂ ਨੂੰ ਲੈ ਕੇ ਸਰਕਾਰ ਬਿਜ਼ਿਦ ਹੈ, ਅੜੀ ਹੋਈ ਹੈ। ਦੂਜੇ ਪਾਸੇ ਗਰੇਵਾਲ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਸਾਰਾ ਕੁਝ ਗੱਲ ਸੁਣਨ ਨੂੰ ਤਿਆਰ ਹਾਂ, ਕਿਸਾਨ ਸਾਡੇ ਹੈ। ਕਿਸਾਨਾਂ ਨੂੰ ਇਹ ਗੱਲ, ਕਿਸਾਨ ਆਗੂਆਂ ਨੂੰ ਘੱਟੋ ਘੱਟ ਸਮਝਣੀ ਚਾਹੀਦੀ ਹੈ ਕਿ ਗੱਲਬਾਤ ਦੀ ਮੇਜ਼ ਤੇ ਆਓ ਤੇ ਆਪਾਂ ਨਿਬੇੜਾ ਕਰੀਏ ਇਸ ਮੁੱਦੇ ਦਾ। ਜੀ ਪ੍ਰੋਫੈਸਰ ਮਨਜੀਤ ਸਿੰਘ। ਬਹੁਤ ਸਾਰੀਆਂ ਡਿਬੇਟਾਂ ਵਿੱਚ ਗਰੇਵਾਲ ਜੀ ਦਾ ਨਾਮ ਆਉਂਦਾ ਰਿਹਾ, ਤੇ ਮੈਂ ਇਹਨਾਂ ਦੀ ਪਿੱਠ ਪਿੱਛੇ ਵੀ ਉਹ ਗੱਲ ਕਹਿੰਦਾ ਰਿਹਾ ਜੋ ਅੱਜ ਸਾਹਮਣੇ ਜਦੋਂ ਸਾਡੇ ਨਾਲ ਬੈਠੇ ਆ ਮੈਂ ਗੱਲ ਕਹੂੰਗਾ। ਕੋਈ ਵੇਲਾ ਸੀ ਕਿ ਪਾਰਟੀ ਦੀ ਲਾਈਨ ਤੋਂ ਉਲਟ ਜਾ ਕੇ ਵੀ ਗਰੇਵਾਲ ਸਾਹਿਬ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਗੱਲਾਂ ਕਰਦੇ ਰਹੇ ਆ। ਪਰ ਇਹ 3 ਕਾਨੂੰਨਾਂ ਜਿਹੜੇ ਕਾਲੇ ਕਾਨੂੰਨ ਆ, ਉਹਦੇ ਸਬੰਧ ਵਿੱਚ ਪਤਾ ਨਹੀਂ ਥੋੜ੍ਹਾ ਜਿਹਾ ਇਹ ਸਰਕਾਰ ਦੇ ਨਾਲ ਜ਼ਿਆਦਾ ਖੜੇ ਹੋਏ ਲੱਗਦੇ ਆ ਤੇ ਕਿਸਾਨਾਂ ਨਾਲ ਘੱਟ ਲੱਗਦੇ ਆ। ਹੁਣ ਵੀ ਇਹਨਾਂ ਦੇ ਮੇਰੇ ਵੀਰ ਦੀ ਭਾਸ਼ਾ ਕਿ ਕੋਈ ਫਰਕ ਨਹੀਂ ਹੈਗਾ, ਉਹ ਤੇ ਲੀਡਰਾਂ ਦੇ ਚੱਕੇ ਚਕਾਏ ਲੱਗੇ ਆ, ਕਿਸਾਨ ਸਰਕਾਰ ਦੇ ਆ, ਸਰਕਾਰ ਕਿਸਾਨਾਂ ਦੀ ਹੈ। ਮੈਂ ਇਹਨਾਂ ਦੀ ਗੱਲ ਹੀ ਮੰਨ ਲਈ। ਜੇ ਵਾਕਿਆ ਹੀ ਇੰਨੀ ਲੋਕਤੰਤਰਿਕ ਸਪਿਰਿਟ ਮਾਦਾ ਸਰਕਾਰ 'ਚ ਹੈ ਤੇ ਫਿਰ ਸਾਰਿਆਂ ਨੂੰ ਦੱਸ ਕੇ ਕਰਨਾ ਸੀ ਨਾ, ਨਗਾਰੇ ਦੀ ਚੋਟ ਤੇ ਬਣਾਉਣੇ ਸੀ ਕਾਨੂੰਨ। ਸਾਰੇ ਲੀਡਰਾਂ ਨੂੰ, ਦੇਸ਼ ਦੇ ਵਿੱਚ ਇੰਨੇ ਲੀਡਰ ਹੈਗੇ ਆ, ਸਾਰਿਆਂ ਸੂਬਿਆਂ ਨੂੰ ਇਹ ਕਾਨੂੰਨ ਦਾ ਡਰਾਫਟ ਕਾਨੂੰਨਾਂ ਦੇ ਭੇਜੇ ਜਾਂਦੇ। ਸਾਰਿਆਂ ਨੂੰ ਉਹ ਜਿਹੜੀਆਂ ਸੂਬਿਆਂ ਦੀਆਂ ਸਰਕਾਰਾਂ ਸਾਰੀਆਂ ਕਿਸਾਨ ਸਭਾਵਾਂ ਨੂੰ ਬੁਲਾ ਕੇ ਉਹਨਾਂ ਨੂੰ ਦੱਸਦੀਆਂ ਕਿ ਅਸੀਂ ਆਹ ਕੁਝ ਕਰ ਰਹੇ ਹਾਂ, ਆਹ ਤੁਹਾਡੇ ਨਾਲ ਹੋਣ ਜਾ ਰਿਹਾ, ਐਸੇ ਤਰੀਕੇ ਨਾਲ ਕੀ ਤੁਹਾਨੂੰ ਮਨਜ਼ੂਰ ਆ। ਇਹ ਇੱਕ ਡੈਮੋਕ੍ਰੈਟਿਕ ਤਰੀਕਾ, ਲੋਕਤੰਤਰਿਕ ਤਰੀਕਾ ਹੈਗਾ। ਇਹ ਕਿਤੇ ਅਡਾਪਟ ਕੀਤਾ ਹੀ ਨਹੀਂ ਗਿਆ। ਤੁਸੀਂ ਲਿਆ ਕੇ ਅਚਾਨਕ ਜਿਸ ਤਰ੍ਹਾਂ ਚੋਰ ਲਿਆ ਕੇ ਕਾਲੀ ਕਾਲੀ ਕੋਈ ਮਾਲ ਲੈ ਕੇ ਭੱਜਣਾ ਹੁੰਦਾ, ਬਿਨਾਂ ਪੁੱਛਿਆਂ ਬਿਨਾਂ ਕਿਸੇ ਦੇ ਗੱਲ ਕੀਤਿਆਂ, ਉਸ ਕਿਸਮ ਨਾਲ ਲਿਆਂਦੇ ਗਏ। ਇਕੱਲੇ ਇਹ ਹੀ ਨਹੀਂ ਲਿਆਂਦੇ ਗਏ, ਮਜ਼ਦੂਰਾਂ ਦੇ ਜਿਵੇਂ 44 ਦੇ 44 ਕਾਨੂੰਨ ਤੋੜ ਕੇ, ਉਹਨਾਂ ਦੀ ਲੋੜ ਸੀ, ਉਹਨਾਂ ਨੂੰ ਪ੍ਰਸਾਈਜ਼ ਕਰਨ ਦੀ, ਛੋਟੇ ਕਰਨ ਦੀ, ਕੰਪਰੀਹੈਂਡ ਕਰਨ ਦੀ ਲੋੜ ਸੀਗੀ। ਪਰ ਜਿਸ ਢੰਗ ਨਾਲ ਉਹ ਵੀ ਕੀਤੇ ਗਿਆ, ਟ੍ਰੇਡ ਯੂਨੀਅਨਾਂ ਨੂੰ ਕੋਈ ਵੀ ਵੱਡੇ ਪੱਧਰ ਤੇ ਕੰਸਲਟ ਨਹੀਂ ਕੀਤਾ ਗਿਆ, ਨਾ ਉਹਨਾਂ ਦੀ ਇਜਾਜ਼ਤ ਲਈ ਗਈ। ਇਹਦਾ ਮਤਲਬ ਤੇ ਇਹ ਲੱਗਦਾ ਕਿ ਸਾਨੂੰ ਇਉਂ ਲੱਗ ਰਿਹਾ ਕਿ ਦੇਸ਼ ਦੇ ਵਿੱਚ ਜਿਹੜੀ ਅੱਜ ਦੀ ਸਰਕਾਰ ਆ, ਉਹ ਲੋਕ ਸੱਤਾ ਨੂੰ ਜ਼ਿਆਦਾ ਤੋਂ ਜ਼ਿਆਦਾ ਲੋਕਾਂ ਤੋਂ ਖਿੱਚ ਕੇ ਆਪਣੇ ਹੱਥਾਂ 'ਚ ਕੇਂਦਰੀਕਰਨ ਹੋ ਰਿਹਾ। ਜਿੱਥੇ ਸੰਘੀ ਢਾਂਚਾ ਤਬਾਹ ਹੋ ਰਿਹਾ, ਉੱਥੇ ਸਾਰੇ ਦੇ ਸਾਰੇ ਜਿਹੜੇ ਮਹਿਕਮੇ ਆ, ਜਿਹੜੇ ਕਿਸੇ ਵੇਲੇ ਸੂਬਿਆਂ 'ਚੋਂ ਸੀ, ਸਾਡੀ ਕਨਸਟੀਟਿਊਸ਼ਨ ਦੇ ਵਿੱਚ ਸਾਡੀ ਸਟੇਟ ਯੂਨੀਅਨ ਆਫ ਸਟੇਟਸ ਆ, ਉਹ ਤੇ ਹੁਣ ਇੱਕ ਇਹੋ ਜਿਹਾ ਬਣਦਾ ਜਾ ਰਿਹਾ ਕਿ ਜੋ ਦਿੱਲੀ ਚਾਹੂਗਾ ਉਹਦੇ ਮੁਤਾਬਕ ਹੀ ਸਾਰਿਆਂ ਸੂਬਿਆਂ ਨੂੰ ਤੇ ਸੂਬਿਆਂ ਦੇ ਲੋਕਾਂ ਨੂੰ ਨੱਚਣਾ ਪਊਗਾ ਕਠਪੁਤਲੀ ਵਾਂਗੂ। ਇਸ ਕਿਸਮ ਦਾ ਦੇਸ਼ ਦੇ ਅੰਦਰ ਇੱਕ ਲੋਕਤੰਤਰਿਕ ਪ੍ਰਣਾਲੀ ਨੂੰ ਕਮਜ਼ੋਰ ਕਰਕੇ ਕੇਂਦਰਿਤ ਢਾਂਚਾ ਮਜ਼ਬੂਤੀ ਨਾਲ ਲਿਆਂਦਾ ਜਾ ਰਿਹਾ। ਇਸੇ ਕਰਕੇ ਜਿਹੜੀ ਕਿਸਾਨਾਂ ਦੀਆਂ, ਭਾਵੇਂ ਉਹ ਪੈਰਲਲ ਪਾਰਲੀਮੈਂਟ ਆ, ਭਾਵੇਂ ਉਹ 3 ਮੁੱਦਿਆਂ ਨੂੰ, ਕਾਲੇ ਕਾਨੂੰਨਾਂ ਨੂੰ ਵਾਪਸ ਲੈਣ ਦੀ ਗੱਲ ਕਰਦੇ ਆ, ਉਹ ਦੇਸ਼ ਦੇ ਅੰਦਰ ਲੋਕਤੰਤਰ ਨੂੰ ਬਚਾਉਣ ਦੀ, ਸੰਵਿਧਾਨ ਨੂੰ ਬਚਾਉਣ ਦੀ ਪੈਰਵਾਈ ਕਰ ਰਿਹਾ। ਇਸ ਨੂੰ ਆਪਾਂ ਸਮਝੀਏ। ਓਕੇ ਥੈਂਕ ਯੂ ਗਰੇਵਾਲ ਸਾਹਿਬ। 3 ਮਹਿਮਾਨਾਂ ਨੇ ਜਿਹੜੇ ਸਵਾਲ ਉਭਾਰੇ ਆ, ਮੈਂ ਉਹਨਾਂ ਬਾਰੇ ਜ਼ਰੂਰ ਇੱਕ ਵਾਰ ਤੁਹਾਡੇ ਧਿਆਨ 'ਚ ਲਿਆਉਣਾ ਚਾਹੁੰਦਾ। ਕਿਸਾਨ ਨੇਤਾ ਨੇ ਕਿਹਾ ਕਿ ਤੁਸੀਂ ਉਹੀ ਬੋਲੀ ਬੋਲ ਰਹੇ ਹੋ ਜਿਹੜਾ ਖੇਤੀਬਾੜੀ ਮੰਤਰੀ ਤੋਮਰ ਬੋਲਿਆ। ਇਸੇ ਤਰ੍ਹਾਂ ਕੰਗ ਸਾਹਿਬ ਨੇ ਵੀ ਕਿਹਾ ਕਿ ਤਾਨਾਸ਼ਾਹੀ ਦਾ ਵਤੀਰਾ ਦਬਾਇਆ ਜਾ ਰਿਹਾ ਕਿਸਾਨਾਂ ਨੂੰ। ਪ੍ਰੋਫੈਸਰ ਮਨਜੀਤ ਸਿੰਘ ਦਾ ਵੀ ਕਹਿਣਾ ਹੈ
ਇਹ ਕੋਈ ਜਮਹੂਰੀ ਤਰੀਕਾ ਨਹੀਂ, ਕੇਂਦਰੀਕਰਨ ਕੀਤਾ ਜਾ ਰਿਹਾ, ਸਾਰੀਆਂ ਤਾਕਤਾਂ ਖੋ ਕੇ ਕੇਂਦਰ ਆਪਣੇ ਹੱਥਾਂ 'ਚ ਲੈ ਰਿਹਾ ਹੈ। ਤੇ ਜੇ ਇਦਾਂ ਦੀ ਗੱਲ ਸੀ ਤਾਂ ਪਹਿਲਾਂ ਇਸ ਕਾਨੂੰਨ ਨੂੰ ਬਣਾਉਣ ਤੋਂ ਪਹਿਲਾਂ ਚੰਗੀ ਤਰ੍ਹਾਂ ਛੱਡਿਆ ਜਾਂਦਾ, ਵਿਚਾਰਿਆ ਜਾਂਦਾ ਤਾਂ ਕਾਨੂੰਨ ਬਣਦੇ। ਹੁਣ ਜਦੋਂ ਕਿਸਾਨ ਚਾਹੁੰਦੇ ਨਹੀਂ ਇਹਨਾਂ ਕਾਨੂੰਨਾਂ ਦਾ, ਕਿਉਂ ਇਹਦੇ ਤੇ ਜਿੱਦ ਫੜੀ ਹੈ ਤੇ ਨਾ ਮਹਿਮਾਨਾਂ ਦੀ ਰਹਿ ਹੈ। ਗਰੇਵਾਲ ਜੀ ਦੇਖੋ ਜਗਤਾਰ ਜੀ, ਪਹਿਲੀ ਗੱਲ ਤਾਂ ਇਹ ਹੈ, ਮੈਂ ਕੰਗ ਸਾਹਿਬ ਦੀ ਗੱਲ ਦਾ ਜਵਾਬ ਦਊਂਗਾ। ਜਿਹੜਾ ਉਹ ਕਹਿੰਦੇ ਕਿ ਦੁਨੀਆ 'ਚ ਲੋਕਤਾਂਤਰਿਕ ਤਰੀਕੇ ਨਾਲ ਇਹ ਵਧੀਆ ਅੰਦੋਲਨ ਚੱਲ ਰਿਹਾ, ਮੈਂ ਪੁੱਛਦਾ ਵੀ ਕੀ ਕਿਸੇ MLA ਦੀ ਮੌਬ ਲਿੰਚਿੰਗ ਕਰ ਦੇਣਾ ਉਹ ਲੋਕਤਾਂਤਰਿਕ ਤਰੀਕਾ? ਔਰ ਕੀ ਵਰਕਰਾਂ ਨੂੰ ਮਾਰ ਕੁਟਾਈ ਕਰਨਾ, ਕਿਸੇ ਦੀਆਂ ਫਸਲਾਂ ਉਜਾੜ ਦੇਣਾ, ਕਿਸੇ ਦੀ ਪ੍ਰਾਪਰਟੀ ਕਰਨਾ, ਬਹੁਤ ਸਾਰੇ ਕਿੱਸੇ ਆ ਜਿਹੜੇ ਰਿਪੋਰਟ ਵੀ ਨਹੀਂ ਹੁੰਦੇ। ਤੁਸੀਂ ਦੇਖੋ ਵੀ ਮੇਰੇ ਉੱਥੇ ਵੀਡੀਓ ਫਿਲਮ ਬਣੀ ਹੋਈ ਆ ਫਸਲ ਉਜਾੜਦਿਆਂ ਦੀ, ਔਰ ਬੜੇ ਕਿਸਾਨ ਲੀਡਰ ਸ਼ਾਮਲ ਨੇ। ਔਰ ਉਹ ਭਾਈ ਨੇ ਗਰੇਵਾਲ ਸਾਹਿਬ ਮੇਰੀ ਇੱਕ ਬੇਨਤੀ, ਗਰੇਵਾਲ ਸਾਹਿਬ ਤੁਸੀਂ ਸਾਰੇ ਮਹਿਮਾਨਾਂ ਦੇ ਤੌਰ ਤੇ ਵੱਖਰੇ ਤੌਰ ਤੇ ਆਪਣੀ ਗੱਲ ਕਰ ਰਹੇ ਹੋ, ਮੋਸਟ ਵੈਲਕਮ। ਤੁਹਾਨੂੰ ਸਮਾਂ ਵੀ ਉਸ ਲਿਹਾਜ਼ ਨਾਲ ਮੈਂ ਕਹਿੰਦਾ ਕਿ ਤੁਸੀਂ ਆਪਣੀ ਗੱਲ ਮੁਕੰਮਲ ਕਰੋ, ਪਰ ਮੈਂ ਇੱਕ ਬੇਨਤੀ ਤੁਹਾਨੂੰ ਕਰਨੀ ਚਾਹੁੰਦਾ। ਦੇਖੋ ਆਪਾਂ ਗੱਲ ਕਰ ਰਹੇ ਹਾਂ ਕਿਸਾਨ ਮੁੱਦਿਆਂ ਤੇ, ਜੇ ਕਿਸੇ ਨੇ ਵਾਇਲੈਂਸ ਕੀਤੀ ਹੈ ਤਾਂ ਜਿਹੜੇ ਪੈਨਲ ਤੇ ਬੈਠੇ ਆ ਕੋਈ ਵੀ ਮੇਰਾ ਖਿਆਲ ਵਾਇਲੈਂਸ ਦੀ ਹਮਾਇਤ ਨਹੀਂ ਕਰੂਗਾ। ਮੇਰੀ ਬੇਨਤੀ ਹੈ ਬਾਕੀ ਮਹਿਮਾਨਾਂ ਨੂੰ ਕਿ ਵੀ ਆਪਾਂ ਇਹਦੀ ਗੱਲ ਜ਼ਰੂਰ ਕਰੋ, ਪਰ ਆਪਾਂ ਇਹ ਨਾ ਹੋਵੇ ਕਿ ਸਾਰੀ ਗੱਲ ਕਿਸਾਨ ਮੁੱਦਿਆਂ ਦੀ ਬਜਾਏ ਕੁੱਟ ਕਟਾਪੇ ਤੇ ਲੈ ਕੇ ਚਲੀ ਜਾਈਏ। ਜੋ ਗਲਤ ਗੱਲ ਹੋਈ ਹੈ ਉਹਨੂੰ ਸਾਰੇ ਕੰਡੈਮ ਕਰਦੇ ਆ, ਪਰ ਆਪਾਂ ਮੁੱਦਿਆਂ ਤੇ ਗੱਲ ਕਰੀਏ। ਗਰੇਵਾਲ ਗੱਲ ਸੁਣ, ਇਸ ਅੰਦੋਲਨ ਨੂੰ ਲੋਕਤਾਂਤਰਿਕ ਅੰਦੋਲਨ ਕਹਿਣਾ, ਸ਼ਾਂਤਮਈ ਅੰਦੋਲਨ ਕਹਿਣਾ, ਮੈਂ ਕਹਿਣਾ ਕਿ ਗਲਤ ਆ। ਇਹ ਅੰਦੋਲਨ ਹਿੰਸਕ ਹੋ ਗਿਆ, ਔਰ ਇਹਦੇ ਚ ਇਸ ਸਿਲਸਿਲੇ ਦੇ ਅੰਦਰ ਕਿਸਾਨ ਲੀਡਰਾਂ ਨੂੰ ਉਤਸ਼ਾਹਿਤ ਕਰਦੇ ਆ। ਕਿਸ ਤਰ੍ਹਾਂ ਕਿ ਜਦੋਂ MLA ਦੀ ਮੌਬ ਲਿੰਚਿੰਗ ਹੋਈ ਤਾਂ ਜਗਜੀਤ ਸਿੰਘ ਡੱਲੇਵਾਲ ਉੱਥੇ ਧਰਨੇ ਤੇ ਜਾ ਕੇ ਬੈਠੇ ਕਿ ਇਹ ਸ਼ਰੀਫ ਲੋਕ ਨੇ, ਇਹਨਾਂ ਨੇ ਠੀਕ ਕੰਮ ਕੀਤਾ, ਇਹਨਾਂ ਨੂੰ ਇਹ ਨਹੀਂ ਹੋਣਾ ਚਾਹੀਦਾ। ਤੇ ਮੈਂ ਕੋਈ ਗੱਲ ਕਹਿਣਾ ਕਿ ਸਾਨੂੰ ਇਹੋ ਜਿਹੀਆਂ ਗੱਲਾਂ ਦੀ ਹਮਾਇਤ ਨਹੀਂ ਕਰਨੀ ਚਾਹੀਦੀ। ਜਿਹੜੇ ਕਿਸਾਨ ਲੀਡਰ ਕਰਦੇ ਆ ਉਹਨਾਂ ਨੂੰ ਵੀ ਰੋਕਣਾ ਚਾਹੀਦਾ ਕਿ ਬਈ ਇਹ ਨਾ ਗੱਲਾਂ, ਔਰ ਸ਼ਾਂਤਮਈ ਤਰੀਕੇ ਨਾਲ ਆਪਣਾ ਅੰਦੋਲਨ ਚਲਾਉਣ। ਸਾਨੂੰ ਕੋਈ ਇਤਰਾਜ਼ ਨਹੀਂ। ਜਿਸ ਤਰ੍ਹਾਂ ਹੁਣ ਦਿੱਲੀ ਹਾਂਜੀ ਲੈ ਲਓ ਜੀ ਗਰੇਵਾਲ ਜੀ, ਇਸੇ ਮੁੱਦੇ ਤੇ ਮੈਂ ਫੇਰ ਆਵਾਂਗਾ, ਆਪਾਂ ਇੰਨੀ ਗੱਲ ਦਾ ਜਵਾਬ ਲੈ ਲਈਏ। ਕੰਗ ਜੀ ਤੁਸੀਂ ਕਹਿਣਾ ਚਾਹੁੰਦੇ ਸੀ, ਪਰ ਗਰੇਵਾਲ ਜੀ ਦਾ ਕਹਿਣਾ ਹੈ ਕਿ ਵਾਇਲੈਂਸ ਦਾ ਅੰਦੋਲਨ ਦੇ ਵਿੱਚ ਕੋਈ ਜਗ੍ਹਾ ਨਹੀਂ, ਸ਼ਾਂਤਮਈ ਤਰੀਕੇ ਨਾਲ ਅੰਦੋਲਨ ਚਲਾਓ। ਭਾਜਪਾ ਨੂੰ ਕੀ ਇਤਰਾਜ਼ ਹੋ ਸਕਦਾ ਹੈ, ਪਰ ਕੁੱਟਮਾਰ ਜਿਹੜੀ ਹੋ ਰਹੀ ਹੈ ਉਹ ਨਹੀਂ ਹੋਣੀ ਚਾਹੀਦੀ। ਕੰਗ ਜੀ ਤੁਸੀਂ ਕਹਿਣਾ ਚਾਹੁੰਦੇ ਸੀ, ਪਰ ਗਰੇਵਾਲ ਜੀ ਨੇ ਸਵਾਲ ਵੀ ਕੀਤਾ। ਬਿਲਕੁਲ ਮੈਂ ਦਰੁਸਤ ਕਰਨਾ ਚਾਹੂੰਗਾ, ਚਾਹੇ ਉਹ ਮਲੋਟ ਵਾਲਾ ਇੰਸੀਡੈਂਟ ਹੋਵੇ, ਚਾਹੇ ਰਾਜਪੁਰੇ ਵਾਲਾ ਹੋਵੇ, ਹਰੇਕ ਜਿਹੜਾ ਵੀ ਬੰਦਾ ਲੋਕਤਾਂਤਰਿਕ ਵਿਵਸਥਾ 'ਚ ਵਿਸ਼ਵਾਸ ਰੱਖਦਾ ਉਹਨੇ ਇਸ ਦਾ ਜਿਹੜਾ ਹੈਗਾ ਆ ਸਮਰਥਨ ਨਹੀਂ ਕੀਤਾ। ਈਵਨ ਕਿਸਾਨ ਮੋਰਚੇ ਨੇ ਵੀ ਇਹਦਾ ਮਤਲਬ ਕੰਡੈਮ ਕੀਤਾ ਹੈ, ਔਰ ਅਸੀਂ ਵੀ ਕੰਡੈਮ ਕਰਦੇ ਹਾਂ। ਲੇਕਿਨ ਇਹਦੇ ਨਾਲ ਦੇਖਣਾ ਪਊਗਾ ਦੂਜਾ ਪਹਿਲੂ। ਸਿੱਧੂ ਸਾਹਿਬ, ਪਹਿਲੇ ਹੀ ਦਿਨ ਤੋਂ ਕਿਸਾਨ ਅੰਦੋਲਨ ਨੂੰ ਜਿਸ ਤਰ੍ਹਾਂ ਨਾਲ ਭਾਜਪਾ ਨੇ, ਚਾਹੇ ਐਂਟੀ ਨੈਸ਼ਨਲ, ਚਾਹੇ ਕੱਟੜਵਾਦੀ, ਚਾਹੇ ਫਲਾਨੇ, ਚਾਹੇ ਕਮਿਊਨਿਸਟ ਦੇ ਕੇ, ਔਰ ਖਾਸ ਕਰ ਜਿਸ ਤਰੀਕੇ ਨਾਲ ਸਿੰਘੂ ਬਾਰਡਰ ਤੇ ਭਾਜਪਾ ਦੇ ਵਰਕਰਾਂ ਨੇ ਕਿਸਾਨਾਂ ਤੇ ਪੱਥਰ ਮਾਰੇ, ਔਰ ਗਾਜੀਪੁਰ ਬਾਰਡਰ ਤੇ ਭਾਜਪਾ ਦੇ MLA ਗੁੰਡੇ ਲੈ ਕੇ ਕਿਸਾਨਾਂ ਤੇ ਜਿਹੜਾ ਅਟੈਕ ਕਰਦਾ ਰਿਹਾ, ਔਰ ਜਿਸ ਤਰੀਕੇ ਨਾਲ ਰੀਸੈਂਟਲੀ ਦੇਸ਼ ਦੀ ਫੋਰਨ ਸਟੇਟ ਮਿਨਿਸਟਰ ਮਵਾਲੀ ਕਿਸਾਨ ਲੀਡਰਾਂ ਨੂੰ ਕਹਿ ਰਹੀ ਹੈ, ਕਿਸਾਨਾਂ ਨੂੰ ਕਹਿ ਰਹੀ ਹੈ, ਉਹਦੇ ਤੇ ਵੀ ਆਪ ਪੜਚੋਲ ਕਰਨ ਦੀ ਲੋੜ ਹੈ। ਮੈਂ ਤੁਹਾਨੂੰ ਗੱਲ ਇੱਥੇ ਮੁਕਾਉਣਾ ਹੈ, ਭਾਜਪਾ ਦੀ ਇਹ ਕੋਸ਼ਿਸ਼ ਰਹੀ ਆ ਵੀ ਆਪਣੇ ਗੁੰਡੇ ਸ਼ਾਤਰ ਬਦਮਾਸ਼ ਵਾੜ ਕੇ ਇਸ ਅੰਦੋਲਨ ਨੂੰ ਬਦਨਾਮ ਕੀਤਾ ਜਾਵੇ, ਔਰ ਇਹਨਾਂ ਦਾ ਇਹ ਇਹਨਾਂ ਦਾ ਬੜਾ ਗਿਣੀ ਮਿੱਥੀ ਸਾਜ਼ਿਸ਼ ਹੈ, ਔਰ ਹਮੇਸ਼ਾ ਕਰਦੇ ਆ, ਜੋ ਪਹਿਲੀ ਵਾਰ ਨਹੀਂ ਹੋਇਆ। ਇਹਨਾਂ ਦੇ ਮਤਲਬ ਸੁਭਾਅ ਹੈ। ਆਪਾਂ ਜਵਾਬ ਲੈ ਲਈਏ ਜੀ। ਬਲਦੇਵ ਜੀ, ਜੇ ਤੁਹਾਨੂੰ ਆਵਾਜ਼ ਆ ਰਹੀ ਹੈ, ਮੈਂ ਸਿਰਫ ਇੰਨਾ ਜਵਾਬ ਜ਼ਰੂਰ ਚਾਹਾਂਗਾ। ਗਰੇਵਾਲ ਸਾਹਿਬ ਨੇ ਕਿਹਾ ਕਿ ਅੰਦੋਲਨ ਲੋਕਤੰਤਰ ਨਹੀਂ ਰਿਹਾ, ਹਿੰਸਕ ਹੋ ਗਿਆ, ਹਮਲੇ ਹੋ ਰਹੇ ਆ ਭਾਜਪਾ ਦੇ ਵਿਧਾਇਕਾਂ ਤੇ ਆਗੂਆਂ ਤੇ। ਬਲਦੇਵ ਜੀ ਦੇਖੋ ਸਿੱਧੂ ਸਾਹਿਬ, ਗੱਲ ਜਿਹੜਾ ਗਰੇਵਾਲ ਸਾਹਿਬ ਕਹਿ ਰਹੇ ਆ ਨਾ, ਇਹਨਾਂ ਦੇ ਜਿਹੜੇ ਆਗੂ ਆ ਉਹ ਉਹਨਾਂ ਨੂੰ ਰਾਸ ਨਹੀਂ ਆਉਂਦਾ ਸਾਡਾ ਜਿਹੜਾ ਹੈਗਾ ਅੰਦੋਲਨ ਸ਼ਾਂਤਮਈ ਪੀਸਫੁਲ ਅਸੀਂ ਲਗਾਤਾਰ ਕਹਿ ਰਹੇ ਹਾਂ। ਜਿਹੜਾ ਕਿਤੇ ਲੜਾਈ ਝਗੜਾ ਹੁੰਦਾ ਉੱਥੇ ਇਹਨਾਂ ਦੇ ਆਗੂਆਂ ਵੱਲੋਂ ਜਿਹੜੀਆਂ ਗਲਤ ਹਰਕਤਾਂ ਕਰੀਆਂ ਜਾਂਦੀਆਂ ਬੀਬੀਆਂ ਵੱਲ, ਇਕੱਠ ਵੱਲ, ਉਹਦੇ ਵਿੱਚ ਤਾਂ ਫਿਰ ਲੜਾਈ ਝਗੜਾ ਤਾਂ ਸ਼ੁਰੂ ਹੋਊਗਾ ਹੀ। ਇਹ ਤੁਸੀਂ 20 ਤਰੀਕ ਨੂੰ ਦੇਖੋ, ਇੱਧਰੋਂ ਸਿੰਘੂ ਬਾਰਡਰ ਤੇ ਇਹਨਾਂ ਦੇ RSS ਵਾਲੇ, ਭਾਜਪਾ ਵਾਲੇ ਕਹਿੰਦੇ ਅਸੀਂ ਕਿਸਾਨਾਂ ਦੇ ਕੈਂਪ ਦੇ ਵਿੱਚ ਦੀ ਪੈਦਲ ਯਾਤਰਾ ਕੱਢ ਕੇ ਲੈ ਕੇ ਜਾਣੀ ਆ। ਲੜਾਈ ਝਗੜੇ ਦੀ ਪਹਿਲ ਇਹ ਕਰ ਰਹੇ ਆ। ਅਸੀਂ ਫਿਰ ਵੀ ਪੂਰੇ ਸਮਝਦਾਰੀ ਦੇ ਨਾਲ ਅਸੀਂ ਉਹ ਸੜਕ ਦੇ ਮੂਹਰੇ ਖੜੇ
ਉੱਥੇ ਫਿਰ Okay. ਉਹ ਉੱਥੋਂ ਫਿਰ ਉਹ ਕਹਿ ਕੇ ਸਰਕਾਰ ਦੇ ਕਹਿ ਕੇ ਪੁਲਿਸ ਦੇ ਕਹਿ ਕੇ ਵਾਪਸ ਗਏ ਆ। ਨਹੀਂ ਉਹ ਇੱਥੇ ਇਹ ਕਰਵਾਉਣਾ ਚਾਹੁੰਦੇ ਸੀ। ਉਸੇ ਤਰ੍ਹਾਂ ਹੀ 28 ਜਨਵਰੀ ਨੂੰ ਜੋ 26 ਜਨਵਰੀ ਤੋਂ ਬਾਅਦ ਇਹਨਾਂ ਨੇ ਸਾਡੇ ਟਿਕਰੀ ਬਾਰਡਰ ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਹ ਕਿਹੜੇ ਗੱਲ ਕਰ ਰਿਹਾ ਗਰੇਵਾਲ? ਓਕੇ ਬਲਦੇਵ ਜੀ, ਇਹ ਕਿਸਾਨ ਜਿਹੜੇ ਉਹ ਹਿੰਸਕ ਹੋ ਗਏ, ਫਲਾਣਾ ਹੋ ਗਿਆ, ਕਿਉਂ ਕਹਾਂਗੇ? ਇਹਨਾਂ ਨੂੰ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਇਹਨਾਂ ਦੇ ਹਜਮ ਨਹੀਂ ਆ ਰਿਹਾ। ਸਿੱਧੂ ਸਾਹਿਬ ਓਕੇ ਬਲਦੇਵ ਜੀ, ਸਮੇਂ ਦੇ ਲਿਹਾਜ਼ ਨਾਲ ਤੁਹਾਡਾ ਵਿਊ ਪੁਆਇੰਟ ਆ ਗਿਆ। ਪ੍ਰੋਫੈਸਰ ਮਨਜੀਤ ਸਿੰਘ ਦੇ ਮੈਂ ਕਮੈਂਟ ਲੈਣਾ ਚਾਹਾਂਗਾ। ਅੰਦੋਲਨ ਹਿੰਸਕ ਹੋਣ ਦੀ ਗੱਲ ਕਰਦੇ ਹੈ, ਐਸਾ ਸੰਖੇਪ ਵਿੱਚ ਤੁਸੀਂ ਵੀ ਅੰਦੋਲਨ ਜਾਣਦੇ ਹੋ, ਕਿਵੇਂ ਦੇਖਦੇ ਹੋ, ਕਿੰਨਾ ਕੁ ਹਿੰਸਕ ਹੈ ਅੰਦੋਲਨ? ਮੈਨੂੰ ਐਂ ਲੱਗਦਾ ਕਿ ਦੇਖੋ, ਜਿੱਥੋਂ ਤੱਕ ਤੇ ਲੋਕਤੰਤਰ ਕਿਹਾ, ਗਰੇਵਾਲ ਜੀ ਇਸ ਗੱਲ ਨੂੰ ਮੰਨਣ ਲਈ ਨਹੀਂ ਤਿਆਰ ਹੈ, ਪਰ ਦੇਖੋ 40 ਯੂਨੀਅਨਾਂ ਇਕੱਠੀਆਂ ਇੰਨੇ ਮਹੀਨਿਆਂ ਤੋਂ ਲਗਾਤਾਰ ਬਾਰਡਰਾਂ ਤੇ ਬੈਠੀਆਂ, 1 ਨਹੀਂ 2 ਨਹੀਂ 3 ਨਹੀਂ, ਅੱਜ 8 ਮਹੀਨੇ ਹੋ ਗਏ ਆ। ਉਹ ਆਪਸ ਵਿੱਚ ਹਰ ਚੀਜ਼ ਨੂੰ ਬੈਠ ਕੇ ਫੈਸਲਾ ਲੈਣਾ, ਗਲਤ ਹੋਵੇ ਠੀਕ ਹੋਵੇ, ਕਲੈਕਟਿਵ ਫੈਸਲੇ ਲੈਣੇ, ਇੱਕ ਅਲੱਗ-ਅਲੱਗ ਵਿਚਾਰਧਾਰਾਵਾਂ, ਅਲੱਗ-ਅਲੱਗ ਸਾਰਾ ਕੁਝ ਹੁੰਦਿਆਂ ਹੋਇਆਂ ਵੀ ਉਸ ਅੰਦੋਲਨ ਨੂੰ ਕਿੰਨੇ ਸੁਚੱਜੇ ਢੰਗ ਨਾਲ ਉਹ ਚਲਾ ਰਹੇ ਆ। ਜੇ ਕੋਈ ਆਪਣਾ ਹੀ ਬੰਦਾ ਗਲਤੀ ਕਰਦਾ ਉਸ ਨੂੰ ਸੈਂਸੋਰ ਵੀ ਕੀਤਾ ਜਾਂਦਾ ਆ। ਤੁਸੀਂ ਆ ਦੇਖ ਲਓ ਚੜੂਨੀ ਨਾਲ, ਉਦੋਂ ਪਹਿਲਾਂ ਵੀ ਲੱਖੋਵਾਲ ਹੋਣਾ ਨਾਲ, ਇਹਦੋਂ ਬਾਅਦ ਹੁਣ ਦੇ ਹੋਰ ਵੀ ਇੱਕ ਵੱਡੇ ਲੀਡਰ ਦੇ ਨਾਲ ਰੁਲਦੂ ਸਿੰਘ ਮਾਨਸਾ ਦੇ ਨਾਲ 15 ਦਿਨ ਉਹਨਾਂ ਨੂੰ ਸਸਪੈਂਡ ਕੀਤਾ। ਇਹਦੋਂ ਵੱਧ ਸੁਚੱਜਾ ਸਚਿਆਰਾ ਢੰਗ, ਇਮਾਨਦਾਰ ਢੰਗ ਹੋਰ ਮੂਵਮੈਂਟ ਦਾ ਕੀ ਹੋ ਸਕਦਾ ਕਿ ਜੇ ਕੋਈ ਗਲਤ ਕਹਿੰਦਾ ਉਹਨੂੰ ਉਸੇ ਵੇਲੇ ਸਜ਼ਾ ਵੀ ਦਿੰਦੇ ਆ ਔਰ ਫਿਰ ਉਹਨੂੰ ਕਹਿੰਦੇ ਤੂੰ ਸਾਡਾ ਹੀ ਹੈ, ਉਹ ਫਿਰ ਵਾਪਸ ਵੀ ਆ ਜਾਂਦਾ। ਤੁਸੀਂ ਦੂਜੇ ਪਾਸੇ ਦੇਖ ਲਓ, ਨਹੀਂ ਦੂਜੇ ਪਾਸੇ ਦੇਖ ਲਓ, ਪਾਰਲੀਮੈਂਟ 4 ਦਿਨ ਹੋ ਗਏ 5 ਦਿਨ ਹੋ ਗਏ ਚੱਲੇ ਨਹੀਂ ਰਹੀ। ਤੇ ਇਹਦੇ ਨਾਲ ਤਾਂ ਵਧੀਆ ਹੀ ਆ, ਕਿਹੜਾ ਲੋ ਜਿੱਥੇ ਚੁਣ ਕੇ ਇੰਨੇ ਤਗੜੇ ਤੌਰ ਤੇ ਇੰਨਾ ਖਰਚਾ ਕੀਤਾ ਜਾਂਦਾ, ਐਡੀਆਂ ਵੱਡੀਆਂ ਬਿਲਡਿੰਗਾਂ ਹੈਗੀਆਂ, ਉੱਥੇ ਕੀ ਕੜੀ ਘੁਲ ਰਹੀ ਹੈ, ਕੀ ਕੁਝ ਹੋ ਰਿਹਾ, ਤੇ ਜਿਹੜੇ ਕਿਸਾਨ ਆ ਉਹ ਬਾਹਰ ਬੈਠੇ ਕੀ ਕੁਝ ਕਰ ਰਹੇ ਆ ਔਰ ਆਪਣੀ ਸੰਸਦ ਕਿਵੇਂ ਚਲਾ ਰਹੇ ਆ। ਇਹ ਦੋ ਨਮੂਨੇ ਤੁਹਾਡੇ ਸਾਹਮਣੇ ਕਿਸਾਨਾਂ ਤੋਂ ਸਿੱਖਣ ਦੀ ਬਹੁਤ ਮਿਹਰਬਾਨੀ। ਆਪਾਂ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਸਾਡੇ ਨਾਲ ਮਹਿਮਾਨ ਜੁੜੇ ਰਹਿਣਗੇ। ਗਰੇਵਾਲ ਸਾਹਿਬ ਕਿਸਾਨਾਂ ਦੇ ਹਿੱਤਾਂ ਨਾਲ ਜੁੜੇ ਕਿਸਾਨ ਆਗੂ, ਪੋਲੀਟੀਕਲ ਪਾਰਟੀਆਂ ਦੇ ਨੇਤਾ। ਆਪਾਂ ਬਹਿਸ ਦੇ ਉੱਤੇ, ਚਰਚਾ ਦੇ ਉੱਤੇ, ਇਹਨਾਂ ਸਵਾਲਾਂ ਦੇ ਉੱਤੇ ਲਵਾਂਗੇ ਸਾਰੇ ਸਵਾਲ। ਹੁਣ ਲੈਣੇ ਇੱਕ ਛੋਟੀ ਜਿਹੀ ਬ੍ਰੇਕ। ਬ੍ਰੇਕ ਤੋਂ ਬਾਅਦ ਇਹਨੇ ਮੁੱਦੇ ਤੇ ਆ ਰਹੇ ਹਾਂ ਵਾਪਸ। ਬ੍ਰੇਕ ਤੋਂ ਬਾਅਦ ਦਰਸ਼ਕਾਂ ਦਾ ਮੁੜ ਇੱਕ ਵਾਰ ਸਵਾਗਤ ਹੈ। ਗਰੇਵਾਲ ਜੀ, ਜਿਸ ਮੁੱਦੇ ਤੇ ਗੱਲ ਕੀਤੀ ਗਈ ਹੈ ਉਸ ਮੁੱਦੇ ਦਾ ਜਵਾਬ ਜ਼ਰੂਰ ਦਿਓ ਤੁਸੀਂ, ਪਰ ਮੇਰੀ ਬੇਨਤੀ ਹੈ ਕਿ ਆਪਾਂ ਉਸ ਮੁੱਦੇ ਤੇ ਬਹੁਤ ਜ਼ਿਆਦਾ ਲੰਬੀ ਗੱਲ ਨਹੀਂ ਖਿੱਚਣੀ। ਦੂਜੇ ਮਹਿਮਾਨਾਂ ਨੇ ਵੀ ਕਿਹਾ, ਕਿਸਾਨ ਆਗੂਆਂ ਨੇ ਵੀ ਕਿਹਾ ਕਿ ਭਾਜਪਾ ਦੇ ਆਗੂਆਂ ਵੱਲੋਂ ਵੀ ਇਸ ਤਰ੍ਹਾਂ ਦੀਆਂ ਸਾਜ਼ਿਸ਼ਾਂ ਕੀਤੀਆਂ ਗਈਆਂ ਕਿਸਾਨ ਅੰਦੋਲਨ ਤੇ ਹਮਲੇ ਦੀਆਂ। ਉਹਨਾਂ ਨੇ RSS ਦੀ ਗੱਲ ਕੀਤੀ ਹੈ ਕਿ ਕਹਿੰਦੇ ਕਿਸਾਨ ਅੰਦੋਲਨ ਦੇ ਵਿੱਚ ਨਹੀਂ ਜਾਵਾਂਗੇ, ਹੋਰ ਵੀ ਕਈ ਉਦਾਹਰਨਾਂ ਦਿੱਤੀਆਂ, ਪਰ ਇਹਦਾ ਜਵਾਬ ਜ਼ਰੂਰ ਦਿਓ। ਦੂਜਾ, ਮੈਂ ਅਹਿਮ ਮੁੱਦੇ ਤੇ ਜਵਾਬ ਗਰੇਵਾਲ ਜੀ ਲੈਣਾ ਚਾਹੁੰਦਾ। ਕਿਸਾਨ ਆਗੂ ਆਪਾਂ ਜੋਗਿੰਦਰ ਸਿੰਘ ਰਾਹਾਂ ਦੀ ਗੱਲ ਕਰ ਲਈਏ, ਦੂਜੇ ਆਗੂਆਂ ਦੀ ਗੱਲ ਕਰ ਲਈਏ, ਉਹ ਕਹਿੰਦੇ ਅਸੀਂ ਤਾਂ ਪੱਤਰ ਲਿਖਿਆ ਬਕਾਇਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਅਜੇ ਤੱਕ ਜਵਾਬ ਨਹੀਂ ਆਇਆ ਕਿ ਗੱਲਬਾਤ ਸ਼ੁਰੂ ਕਰੋ। ਹੁਣ ਤੋਮਰ ਜੀ ਕਹਿ ਰਹੇ ਕਿ ਗੱਲਬਾਤ ਕਰਨੀ ਤਿਆਰ ਹੈ, ਫਿਰ ਗੱਲਬਾਤ ਕਰਨੀ ਕਿੱਥੇ ਤਿਆਰ ਹੈ ਸਰਕਾਰ? ਪੱਤਰ ਦਾ ਜਵਾਬ ਤਾਂ ਅਜੇ ਤੱਕ ਦਿੱਤਾ ਨਹੀਂ ਗਰੇਵਾਲ ਜੀ। ਗੱਲ ਇਹ ਆ, ਪਹਿਲੀ ਗੱਲ ਤਾਂ ਜਿਹੜਾ ਕਿਸਾਨ ਆਗੂ ਤੇ ਬਾਕੀ ਬੋਲ ਰਹੇ ਆ ਕਿ ਅੰਦੋਲਨ ਜਿਹੜਾ ਸ਼ਾਂਤਮਈ ਆ, ਲੋਕਤਾਂਤਰਿਕ ਤਰੀਕੇ ਨਾਲ ਆ, ਮੇਰਾ ਖਿਆਲ ਸਾਰਾ ਹੀ ਝੂਠ ਬੋਲ ਰਿਹਾ। ਜਨਤਾ ਸਾਰਾ ਕੁਝ ਜਾਣਦੀ ਆ, ਰੋਜ਼ ਪਿੰਡਾਂ 'ਚ ਦੇਖਦੇ ਆ, ਤੇ ਜੇ 2-4 ਬੰਦੇ ਇਕੱਠੇ ਹੋ ਕੇ ਘਰ 'ਚ ਵੀ ਕੋਈ ਗੱਲ ਕਰਦੇ ਆ, ਉਹਨਾਂ ਨੂੰ ਵੀ ਘੇਰਨ ਲੱਗ ਜਾਂਦੇ ਆ। ਇਹ ਲੋਕਤੰਤਰ ਆ, ਉਹਨਾਂ ਨੂੰ ਗੱਲ ਕਹਿਣ ਦਾ ਹੱਕ ਆ, ਸਾਨੂੰ ਗੱਲ ਕਹਿਣ ਦਾ ਕੋਈ ਹੱਕ ਨਹੀਂ ਹੈ। ਫਰੀडम ਆਫ ਸਪੀਚ ਸਾਨੂੰ ਵੀ ਸੰਵਿਧਾਨ ਨੇ ਦਿੱਤੀ ਆ, ਜੇ ਉਹਨਾਂ ਨੂੰ ਦਿੱਤੀ ਹੈ ਤਾਂ ਇਹਦੇ 'ਚ ਕੀ ਮਤਲਬ ਹੋਇਆ? ਇਹ ਤਾਂ ਜਾਣ-ਬੁੱਝ ਕੇ ਕੀਤਾ ਜਾ ਰਿਹਾ ਕੰਮ, ਔਰ ਇਹ ਡਰਾਉਣ ਧਮਕਾਉਣ ਦੀਆਂ ਗੱਲਾਂ ਨੇ। ਇਹਦਾ ਰਿਜ਼ਲਟ ਪੰਜਾਬ ਦੇ ਲਈ ਬਹੁਤ ਬੁਰਾ ਹੋਣਾ। ਆਉਣ ਵਾਲੇ ਟਾਈਮ 'ਚ ਸਾਰੇ ਲੋਕ ਜਿਹੜੇ ਇਹਨਾਂ ਗੱਲਾਂ ਦੇ ਹਮਾਇਤੀ ਨੇ ਉਹ ਇਸ ਦੇ ਦੋਸ਼ੀ ਹੋਣਗੇ। ਮੈਂ ਅੱਜ ਵੀ ਜਗਤਾਰ ਜੀ ਤੁਹਾਨੂੰ ਕਹਿ ਰਿਹਾ, ਇਹ ਜਿਹੜੇ ਗਲਤ ਗੱਲਾਂ ਦੀ ਹਮਾਇਤ ਕਰ ਰਹੇ ਆ, ਪਬਲਿਕ ਵੀ ਸਾਰਾ ਕੁਝ ਦੇਖਦੀ ਆ। ਦੂਸਰੇ ਪਾਸੇ ਜਿਹੜੀ ਗੱਲ ਤੁਸੀਂ ਹੁਣ ਮੈਨੂੰ ਕਹੀ ਆ ਕਿ ਉਗਰਾਹਾਂ ਸਾਹਿਬ ਨੇ ਪੱਤਰ ਲਿਖਿਆ, ਉਹ ਪੱਤਰ 'ਚ ਕੀ ਲਿਖਿਆ ਜੀ? ਉਹਨੂੰ ਪੂਰਾ ਪੜ੍ਹ ਵੀ ਲਓ। ਉਹਦੇ 'ਚ ਇਹ ਲਿਖਿਆ ਕਿ ਤਿੰਨੋਂ ਕਾਲੇ ਕਾਨੂੰਨ ਰੱਦ ਕਰੋ ਤੇ ਫਿਰ ਸਾਡੇ ਨਾਲ ਗੱਲ ਕਰੋ। ਤੇ ਇਹ ਤਿੰਨੋਂ ਕਾਲੇ ਕਾਨੂੰਨ ਕਿਹੜੇ ਨੇ? ਅਸੀਂ ਤਾਂ ਉਹਨਾਂ ਨੂੰ ਕਾਲੇ ਮੰਨਦੇ ਨਹੀਂ, ਇਹ ਕਾਲੇ ਮੰਨਦੇ ਆ। ਇਹ ਤਾਂ ਆਪਸ 'ਚ ਬੈਠ ਕੇ ਗੱਲਬਾਤ ਹੋਊ, ਚਰਚਾ ਹੋਊ, ਉਹਦੇ 'ਚ ਨਿਕਲਦਾ ਸਾਰਾ। ਬਿੰਦੂ ਤੇ ਗੱਲ ਕਰ ਲਈ, ਕਹਿੰਦੇ ਸਾਰੇ ਬਿੰਦੂਆਂ ਤੇ ਗੱਲ ਹੋਈ ਹੈ, ਸਾਰਿਆਂ ਦੇ ਜਵਾਬ ਦਿੱਤੇ ਨੇ। ਮੈਨੂੰ ਕੱਲੇ ਦਾ ਪਤਾ ਹੈਗਾ ਕੀ ਜਵਾਬ ਆ, ਉਹ ਮੈਂ ਜ਼ੁਬਾਨੀ ਵੀ ਦੱਸ ਸਕਦਾ ਕਿ ਕੋਈ ਇੰਨੀ ਵਾਰ ਮੱਥਾ ਮਾਰ ਲਿਆ, ਸਾਰਾ ਜ਼ੁਬਾਨੀ ਯਾਦ ਹੋ ਗਿਆ। ਤੇ ਇਸ ਕਰਕੇ ਉਹ ਸਾਰੀਆਂ ਗੱਲਾਂ ਸਰਕਾਰ ਜਿਹੜੀਆਂ ਇਹਨਾਂ ਨੇ ਤਰਕਸੰਗਤ ਕਹੀਆਂ, ਉਹ ਸਾਰੀਆਂ ਮੰਨਣ ਨੂੰ ਤਿਆਰ।
ਉਸ ਦੇ ਬਾਵਜੂਦ ਵੀ ਜੇ ਇਦਾਂ ਦੀਆਂ ਗੱਲਾਂ ਕਰਨੀਆਂ ਨੇ ਤਾਂ ਉਹਦਾ ਤਾਂ ਕੋਈ ਹੱਲ ਨਹੀਂ ਹੈ, ਕਿਉਂਕਿ ਇਹ ਅਸਲ ਗਰੇਵਾਲ ਜੀ, ਗਰੇਵਾਲ ਸਾਹਿਬ ਇੱਕ ਗੱਲ ਜਿਹੜੀ ਗਰੇਵਾਲ ਸਾਹਿਬ ਜਿਹੜਾ ਹੈਗਾ ਮਹਿਮਾਨਾਂ ਵੱਲੋਂ ਵੀ ਸਵਾਲ ਹੈ, ਦਰਸ਼ਕ ਵੀ ਸ਼ਾਇਦ ਜਵਾਬ ਤੁਹਾਡੇ ਕੋਲ ਜਾਣਨਾ ਚਾਹਣਗੇ। ਜੇ ਕਿਸਾਨ ਆਗੂ ਕਹਿ ਰਹੇ ਹੈ ਕਿ ਅਸੀਂ ਗੱਲਬਾਤ ਕਰਨ ਲਈ ਤਿਆਰ ਹਾਂ, ਉੱਥੇ ਗੱਲਬਾਤ ਦੇ ਦੌਰਾਨ ਅੱਗੇ ਵੀ 11 ਮੀਟਿੰਗਾਂ ਹੋ ਗਈਆਂ, ਕੋਈ ਨਹੀਂ ਸਿੱਟੇ ਤੇ ਪਹੁੰਚੀ, ਕਈ ਮਹੀਨੇ ਨਿਕਲ ਗਏ, ਹੁਣ ਗੱਲਬਾਤ ਦੀ ਮੇਜ਼ ਤੇ ਸਰਕਾਰ ਆਉਣ ਲਈ ਤਿਆਰ ਨਹੀਂ, ਦੱਸੋ ਕਿੱਦਾਂ ਹੋਏਗਾ ਨਿਬੇੜਾ? ਜਗਤਾਰ ਜੀ ਸੁਣ ਲਓ, ਜੇ ਜਿੱਦ ਇਹੀ ਰਹਿਣੀ ਆ ਕਿ ਤਿੰਨੋਂ ਕਾਲੇ ਕਾਨੂੰਨ ਰੱਦ ਕਰੋ, ਆਖਰ ਜਾ ਕੇ ਉੱਥੇ ਪਹੁੰਚ ਜਾਣਾ, ਤੇ ਫਿਰ ਤਾਂ ਗੱਲਬਾਤ ਦਾ ਫਾਇਦਾ ਹੀ ਨਹੀਂ। 50-60 ਘੰਟੇ ਬੈਠਦੇ ਕੋਈ ਹੱਲ ਨਹੀਂ ਹੋਇਆ। ਗੱਲ ਤਾਂ ਇਹ ਹੁੰਦੀ ਹੈ ਜਦੋਂ ਪੰਚਾਇਤ ਕਰੀਦੀ ਹੈ ਨਾ, ਉਹਦੇ 'ਚ 2 ਗੱਲਾਂ ਮੰਨ ਲਈਦੀਆਂ ਨੇ, 2 ਗੱਲਾਂ ਉਹਦੀਆਂ ਮੰਨ ਲਈਦੀਆਂ, ਆਪਸ 'ਚ ਸਮਝੌਤਾ ਕਰ ਲਈਦਾ, ਤੇ ਇਹ ਇਸ ਤਰ੍ਹਾਂ ਦੀ ਜਿੱਦ ਹੁੰਦੀ ਨਹੀਂ ਕੋਈ। ਤੇ ਪਤਾ ਨਹੀਂ ਕਿਉਂ ਇਦਾਂ ਦੀ ਜਿੱਦ ਹੈ, ਤਾਂ ਮੇਰੇ ਸਮਝ ਤੋਂ ਬਾਹਰ ਹੈ। 2024 ਤੱਕ ਇਸ ਅੰਦੋਲਨ ਨੂੰ ਲਿਜਾਣਾ ਚਾਹੁੰਦੇ ਆ ਅਸਲ 'ਚ। ਅੱਜ ਹੁਣ ਉਹਨਾਂ ਨੂੰ, ਰਾਹੁਲ ਗਾਂਧੀ ਨੂੰ ਪੁੱਛ ਲਓ ਬਈ, ਪਾਰਲੀਮੈਂਟ ਦੇ ਅੰਦਰ ਤੁਹਾਨੂੰ ਟਾਈਮ ਮਿਲਦਾ, ਸਾਰਾ ਕੁਝ ਤੁਸੀਂ ਕਹਿ ਸਕਦੇ ਹੋ, ਉੱਥੇ ਕਹਿਣ ਦੀ ਬਜਾਏ ਟਰੈਕਟਰ ਚਲਾਉਂਦੇ। ਅੱਜ ਪਹਿਲੀ ਵਾਰ ਜ਼ਿੰਦਗੀ 'ਚ ਟਰੈਕਟਰ ਚਲਾਇਆ, ਚਲੋ ਮੈਂ ਵਧਾਈ ਦਿੰਦਾ ਕਿ ਇਹ ਕਾਨੂੰਨਾਂ ਦੀ ਵਜ੍ਹਾ ਕਰਕੇ ਜਾਂ ਇਹ ਅੰਦੋਲਨ ਦੀ ਵਜ੍ਹਾ ਕਰਕੇ ਟਰੈਕਟਰ ਸਿੱਖ ਲਿਆ ਰਾਹੁਲ ਗਾਂਧੀ। ਆਪਣੇ ਨਾਲ ਕਾਂਗਰਸ ਦੇ ਕੋਈ ਬੁਲਾਰੇ ਨਹੀਂ ਹੈਗੇ, ਠੀਕ ਹੈ, ਪੋਲੀਟੀਕਲ ਪਾਰਟੀਆਂ ਨੇ ਆਪਣੇ ਤੌਰ ਤੇ ਪਾਰਲੀਮੈਂਟ ਦੇ ਅੰਦਰ, ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਕਹਿ ਕੇ ਕਈ ਦਿਨਾਂ ਤੋਂ ਇਸ ਮੁੱਦੇ ਤੇ ਚਰਚਾ ਤਾਂ ਹੋ ਰਹੀ ਹੈ, ਪਰ ਪਾਰਲੀਮੈਂਟ ਦੇ ਅੰਦਰ ਕਿਹੜਾ ਕੋਈ ਇਸ ਮੁੱਦੇ ਤੇ ਕੋਈ ਸਾਰਥਕ ਗੱਲ ਤਾਂ ਹੋ ਨਹੀਂ ਰਹੀ, ਟਕਰਾਅ ਹੀ ਹੋ ਰਿਹਾ ਨਾ। ਜਿੱਦਾਂ ਪ੍ਰੋਫੈਸਰ ਮਨਜੀਤ ਸਿੰਘ ਨੇ ਕਿਹਾ ਹੈ, ਕਿਸਾਨ ਸੰਸਦ ਦਾ ਚਲੋ ਜੰਤਰ ਮੰਤਰ ਤੇ ਚੱਲ ਰਹੀ ਹੈ, ਗਰੇਵਾਲ ਸਾਹਿਬ ਪਾਰਲੀਮੈਂਟ ਸੰਸਦ ਭਵਨ ਦੇ ਅੰਦਰ ਕੀ ਹੋ ਰਿਹਾ ਹੈ? ਉੱਥੇ ਵੀ ਤਾਂ ਇਹੀ ਜੂਤ ਪਟਾਂਗ ਹੋ ਰਿਹਾ ਨਾ, ਗਾਲੋ ਗਾਲੀ ਹੋ ਰਿਹਾ ਹੈ, ਨਾਰੇ ਲੱਗ ਰਹੇ ਹੈ, ਬਿੱਲ ਪਾੜੇ ਜਾ ਰਹੇ ਹੈ, ਕਾਰਵਾਈ ਠੱਪ ਪਈ ਹੈ। ਆਖਰ ਸੰਜੀਦਗੀ ਫਿਰ ਇਸ ਦੇਸ਼ ਦੇ ਲੋਕਾਂ ਦੇ ਮੁੱਦਿਆਂ ਤੇ ਗਰੇਵਾਲ ਸਾਹਿਬ ਕਿੱਥੇ ਵਿਚਾਰ ਹੋਏਗਾ ਜੇ ਪਾਰਲੀਮੈਂਟ ਦੇ ਅੰਦਰ ਵੀ ਵਿਚਾਰ ਨਹੀਂ ਹੋਣੀ? ਗਰੇਵਾਲ ਜੀ ਕਿੱਥੇ ਵਿਚਾਰ ਹੋਏਗੀ? ਜਗਤਾਰ ਜੀ ਮੇਰੀ ਗੱਲ ਤਾਂ ਸੁਣ ਲਓ, ਜਿੱਥੇ ਡੈਮੋਕ੍ਰੇਸੀ ਦੇ ਅੰਦਰ ਮਜ਼ਬੂਤ ਤੇ ਸੂਝਵਾਨ ਸੱਤਾ ਧਿਰ ਜ਼ਰੂਰੀ ਹੁੰਦੀ ਆ, ਉੱਥੇ ਆਪੋਜੀਸ਼ਨ ਜਿਹੜੀ ਆ, ਵਿਰੋਧੀ ਧਿਰ, ਉਹ ਵੀ ਮਜ਼ਬੂਤ ਤੇ ਸੂਝਵਾਨ ਚਾਹੀਦੀ ਹੁੰਦੀ ਆ। ਬਦਕਿਸਮਤੀ ਇਹ ਆ ਕਿ ਸੂਝਵਾਨ ਵਿਰੋਧੀ ਧਿਰ ਇਸ ਵੇਲੇ ਹੈ ਨਹੀਂ, ਔਰ ਉਹ ਜਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ, ਜਿਸ ਤਰ੍ਹਾਂ ਦੀ ਭਾਸ਼ਾ ਦਾ ਇਸਤੇਮਾਲ ਕਰਦੇ ਨੇ, ਜਿਸ ਤਰ੍ਹਾਂ ਦੀਆਂ ਹਰਕਤਾਂ ਨੇ, ਉਹ ਮੁਲਕ ਦੀ ਬਦਕਿਸਮਤੀ ਆ। ਸੂਝਵਾਨ ਵਿਰੋਧੀ ਧਿਰ ਤੇ ਮਜ਼ਬੂਤ ਵਿਰੋਧੀ ਧਿਰ ਚਾਹੀਦੀ ਹੁੰਦੀ ਆ, ਤਾਂ ਜੀ ਗਰੇਵਾਲ ਜੀ ਚਲੋ ਜੀ ਗਰੇਵਾਲ ਜੀ ਚਲੋ ਤੁਹਾਡੀ ਗੱਲ ਆ ਗਈ। ਗਰੇਵਾਲ ਜੀ ਜਿਹੜਾ ਤੁਸੀਂ ਕਹਿ ਰਹੇ ਕਿ ਮਜ਼ਬੂਤ ਜਿਹੜੀ ਹੈਗੀ ਆ ਸਿਆਣੀ ਵਿਰੋਧੀ ਧਿਰ ਚਾਹੀਦੀ ਹੈ, ਹੁਣ ਜਿਹੜੀ ਸਿਆਣੀ ਵਿਰੋਧੀ ਧਿਰ ਸੀ ਗਰੇਵਾਲ ਜੀ, ਉਹ ਤਾਂ ਸੱਤਾ 'ਚ ਚਲੀ ਗਈ, ਹੁਣ ਜਿਹੇ ਜੀ ਵਿਰੋਧੀ ਧਿਰ ਬਚੀ, ਆਪਾਂ ਨੂੰ ਉਸੇ ਨਾਲ ਹੀ ਕੰਮ ਚਲਾਉਣਾ ਪਏਗਾ। ਚਲੋ ਮੈਂ ਬਾਅਦ 'ਚ ਆਉਣਾ ਤੁਹਾਡੇ ਵਾਲੇ ਇਸੇ ਮੁੱਦੇ ਤੇ। ਬਲਦੇਵ ਜੀ, ਤੁਸੀਂ ਜਿਹੜਾ ਹੈਗਾ ਗਰੇਵਾਲ ਸਾਹਿਬ ਦੇ ਕਮੈਂਟ ਸੁਣਿਆ, ਗਰੇਵਾਲ ਸਾਹਿਬ ਦਾ ਕਹਿਣਾ ਹੈ ਕਿ ਜਦੋਂ ਤੁਸੀਂ ਕਿਸੇ ਮੁੱਦੇ ਉੱਤੇ ਗੱਲ ਕਰਨ ਨੂੰ ਤਿਆਰ ਨਹੀਂ, ਤੁਸੀਂ ਬਿੰਦੂ ਪ੍ਰਤੀ ਬਿੰਦੂ ਇਹੀ ਕਹਿੰਦੇ ਹੋ ਕਿ ਵੀ ਅਸੀਂ ਕਾਨੂੰਨ ਜਿਹੜੇ ਰੱਦ ਕਰਨੇ ਆ, ਇਹਦਾ ਜਦੋਂ ਮਿਲ ਕੇ ਬੈਠਦੇ ਆ, ਕੁਝ ਗੱਲਾਂ ਕਹਿੰਦੇ ਸਾਡੀਆਂ ਮੰਨੋ, ਕੁਝ ਅਸੀਂ ਕਿਸਾਨਾਂ ਦੀਆਂ ਮੰਨੀਏ, ਤਾਂ ਸਹਿਮਤੀ ਹੋ ਸਕਦੀ ਹੈ। ਸਰਕਾਰ ਦੇ ਵਤੀਰੇ ਬਾਰੇ ਕੀ ਕਹੋਗੇ ਬਲਦੇਵ ਜੀ? ਬਾਜ ਮੁਸਾਫਰੀ ਦੀ ਆਵਾਜ਼। ਬਲਦੇਵ ਜੀ, ਗਰੇਵਾਲ ਸਾਹਿਬ ਦਾ ਕਹਿਣਾ ਹੈ ਕਿ ਅਸੀਂ ਗੱਲਬਾਤ ਤਾਂ ਹੀ ਕਰੀਏ ਨਾ ਜੇ ਤਿੰਨੇ ਖੇਤੀ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਤੋਂ ਇਲਾਵਾ ਕੋਈ ਹੋਰ ਗੱਲ ਕਰੋ। ਉਹ ਕਹਿੰਦੇ ਕਿਸਾਨ ਤਾਂ ਅੜੇ ਹੋਏ, 3 ਖੇਤੀ ਕਾਨੂੰਨ ਰੱਦ ਕਰਾਉਣ ਦੇ ਗੱਲਬਾਤ ਕਾਹਦੀ ਕਰੀਏ? ਦੇਖੋ, ਬੜਾ ਸਾਫ਼ ਤੇ ਸਪਸ਼ਟ ਜਿਹੜਾ ਹੈਗਾ ਜੀ ਸਾਡਾ, ਇਹਨਾਂ ਨੂੰ ਜਦੋਂ ਪੰਜਾਬ ਤੋਂ ਚੱਲੇ ਸੀ 10 ਮਹੀਨੇ ਪਹਿਲਾਂ, ਉਦੋਂ ਤੋਂ ਲਾ ਕੇ ਅੱਜ ਤੱਕ 9ਵਾਂ ਮਹੀਨਾ ਸ਼ੁਰੂ ਹੋ ਗਿਆ ਜੀ। ਬੜੇ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ, ਬਹਿਸ ਦੇ ਵਿੱਚ ਇਹਨਾਂ ਦੇ ਮੰਤਰੀਆਂ ਨੂੰ ਕੋਈ ਗੱਲ ਨਹੀਂ ਆਈ। ਇੱਕੋ ਹੀ ਇੱਕ ਮੁੱਦਾ ਕਿ ਤਿੰਨੇ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਹੋਣ, MSP ਦੀ ਗਰੰਟੀ ਹੋਵੇ। ਇਹ ਵਿੱਚ ਵਿਚਾਲੇ ਵਾਲਾ ਸੰਸ਼ੋਧਨ ਵਾਲਾ ਕੋਈ ਮਸਲਾ ਹੀ ਨਹੀਂ ਹੈਗਾ। ਇਹਨਾਂ ਨੇ ਕਿੱਦੇ ਕਰਨੇ, ਸਾਨੂੰ ਕਿੰਨਾ ਚਿਰ ਹੋਰ ਰੋਲਣਾ? ਕੜਾਕੇ ਦੀ ਠੰਡ, ਕੜਾਕੇ ਦੀ ਗਰਮੀ, ਮੀਂਹ, ਹਨੇਰੀ, ਝੱਖੜ ਸਭ ਕੁਝ ਸਾਡੇ ਉੱਪਰ ਦੀ ਗਏ ਨੇ। ਪੂਰੀ ਦੁਨੀਆ ਦੇਖ ਰਹੀ ਹੈ, ਪੂਰੀ ਦੁਨੀਆ ਥੂ ਕਰ ਰਹੀ ਹੈ ਇਹਨਾਂ ਨੂੰ। ਉਹ ਇਸ ਕਰਕੇ ਖੇਤੀ ਕਾਨੂੰਨ ਰੱਦ ਤੋਂ ਵਿੱਚ ਵਿਚਾਲੇ ਕੋਈ ਰਸਤਾ ਹੀ ਨਹੀਂ ਹੈਗਾ। ਸਿੱਧੂ ਸਾਹਿਬ ਜੀ, ਰੱਦ ਕਰਾਉਣੇ ਪੈਣਗੇ ਤਿੰਨੇ ਖੇਤੀ ਕਾਨੂੰਨ, ਜਾਣੀ ਕਿਸਾਨ ਅੜੇ ਹੋਏ ਇਸ ਗੱਲ ਤੇ। ਜੀ ਬਲਦੇਵ ਜੀ, ਥੈਂਕ ਯੂ ਵੈਰੀ ਮਚ, ਤੁਹਾਡੀ ਗੱਲ ਆ ਗਈ ਹੈ। ਕੰਗ ਸਾਹਿਬ, ਤੁਸੀਂ ਕਿਸਾਨ ਨੇਤਾ ਦੇ ਕਮੈਂਟਸ ਵੀ ਸੁਣੇ ਹੈ, ਗਰੇਵਾਲ ਜੀ ਦੇ ਕਮੈਂਟਸ ਵੀ ਸੁਣੇ ਹੈ। ਗਰੇਵਾਲ ਜੀ ਬਾਰ-ਬਾਰ ਇਹ ਗੱਲ ਕਹਿ ਰਹੇ ਹੈ ਕਿ ਵੀ ਅਸੀਂ ਤਾਂ ਬੈਠ ਕੇ ਜਿਹੜਾ ਹੈਗਾ ਉਹਦੇ 'ਚ ਸੌਦਾ ਕਰਨ ਦੇ ਤਿਆਰ ਆ, ਮੰਨਣ ਦੀ ਤਿਆਰ ਆ। ਉਹਦੇ ਪੱਤਰ ਕੀ ਲਿਖਿਆ? ਪੱਤਰ 'ਚ ਤਾਂ ਇਹੀ ਲਿਖਿਆ ਨਾ ਕਿ 3 ਖੇਤੀ ਕਾਨੂੰਨ ਰੱਦ ਕੀਤੇ ਜਾਣ, ਜਿਹੜੇ ਉਹ ਕਹਿੰਦੇ ਅਸੀਂ ਕਰਨੇ ਨਹੀਂ। ਇਹ ਜਿਹੜੀ ਅਪਰੋਚ ਆ ਕੰਗ ਜੀ, ਇਹਦੇ ਬਾਰੇ ਤੁਸੀਂ ਕੀ ਕਹੋਗੇ? ਦੇਖੋ, ਇਹੀ ਤੇ ਗੱਲ ਹੈ, ਜਦੋਂ ਐਗਰੀਕਲਚਰ ਲਾਅ ਹੀ ਜਿਹੜਾ ਐਗਰੀਕਲਚਰ ਹੈ ਉਹ ਸਬਜੈਕਟ ਹੀ ਸਟੇਟ ਦਾ ਹੈ,
ਜਦੋਂ ਇਹ ਕਾਨੂੰਨ ਹੀ ਅਨਕਨਸਟੀਟਿਊਸ਼ਨਲ ਹੈ, ਜਦੋਂ ਇਹ ਸੂਬਿਆਂ ਦੇ ਅਧਿਕਾਰ ਦੇ ਅੰਦਰ ਹੁੰਦਾ ਹੈ, ਤੇ ਸੈਂਟਰ ਨੂੰ ਇਹਦੇ ਤੇ ਜਦੋਂ ਅਧਿਕਾਰ ਹੀ ਨਹੀਂ ਹੈ ਕਾਨੂੰਨ ਬਣਾਉਣ ਦਾ, ਇਹੀ ਤਾਂ ਕਿਸਾਨ ਲੀਡਰ ਗੱਲ ਕਰ ਰਹੇ ਆ ਵੀ ਇਹ ਸਰਕਾਰ ਜਿਹੜੀ ਹੈ, ਇਹ ਜਿਹੜੇ ਫੈਡਰਲ ਸਟਰਕਚਰ ਹੈ ਉਹਨੂੰ ਕਮਜ਼ੋਰ ਕਰ ਰਹੀ ਹੈ, ਇਹ ਤਾਨਾਸ਼ਾਹੀ ਵੱਲ ਵੱਧ ਰਹੀ ਹੈ। ਦੂਸਰੀ ਜਿਹੜੀ ਗੱਲ ਜਿਹੜੇ ਭਾਜਪਾ ਵਾਲੇ ਲੀਡਰ ਕਹਿ ਰਹੇ ਆ ਵੀ 2024 ਤੱਕ ਇਹ ਜਾਣਾ ਚਾਹੁੰਦੇ ਆ, ਦੇਖੋ 2024 ਤੱਕ ਉਹਨਾਂ ਨੂੰ ਕੋਈ ਸ਼ੌਂਕ ਹੈ? ਤੁਸੀਂ ਅੱਜ ਉਹਨਾਂ ਦੀ ਡਿਮਾਂਡ ਮੰਗੋ, ਅੱਜ ਹੀ ਵਾਪਸ ਆ ਜਾਣਗੇ। ਇਹ ਤਾਂ ਸਰਕਾਰ ਨੇ ਤੈਅ ਕਰਨਾ ਹੈ ਨਾ ਵੀ ਕਦੋਂ ਤੱਕ ਚਲਾਉਣਾ ਹੈ ਅੰਦੋਲਨ, ਨਹੀਂ ਚਲਾਉਣਾ। ਕਿਸਾਨਾਂ ਦੀ ਤਾਂ ਮਜਬੂਰੀ ਆ, ਇੱਕ ਤਾਂ ਤੁਸੀਂ ਉਹਨਾਂ ਦਾ ਢਾਂਚਾ ਸਾਰਾ ਖਤਮ ਕਰ ਰਹੇ ਹੋ, ਦੂਜਾ ਤੁਸੀਂ ਸੂਬਿਆਂ ਦੇ ਅਧਿਕਾਰ ਤੇ ਜਿਹੜੀ ਏਡੀ ਵੱਡੀ ਤਲਵਾਰ ਚਲਾ ਰਹੇ ਹੋ, ਅਨਕਨਸਟੀਟਿਊਸ਼ਨਲ ਹੈ। ਤੀਸਰੀ ਜਿਹੜੀ ਗੱਲ ਆ, ਪਿਛਲੇ ਦਿਨਾਂ 'ਚ ਸਿੱਧੂ ਸਾਹਿਬ, ਦਿੱਲੀ ਦੀ ਆਮ ਆਦਮੀ ਪਾਰਟੀ ਨੇ ਇੱਕ ਪ੍ਰਪੋਜ਼ਲ ਦਿੱਤੀ, ਵਕੀਲਾਂ ਦੀ ਇੱਕ ਜਿਹੜੀ ਆ ਟੀਮ ਖੜੀ ਕਰਨੀ ਸੀ ਕਿਸਾਨਾਂ ਵਾਸਤੇ। ਭਾਜਪਾ ਦੀ ਤਾਨਾਸ਼ਾਹੀ ਨੇ ਉਸ ਟੀਮ ਨੂੰ ਜਿਹੜਾ ਹੈ ਇਹਨਾਂ ਦਾ, ਕਿਉਂਕਿ ਹੁਣ LG ਨੂੰ ਵੀ ਜਿਹੜਾ ਹੈ ਇਹਨਾਂ ਦਾ ਲੱਗਿਆ ਹੋਇਆ ਉੱਥੇ ਡਿਕਟੇਟ ਕਰਦੇ ਆ, ਤਾਂ ਵਕੀਲਾਂ ਦੀ ਟੀਮ ਵੀ ਜਿਹੜਾ ਨਾਮ ਭੇਜੇ ਸੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ, ਉਹਨੂੰ ਵੀ ਉਹਨਾਂ ਨੇ ਰਿਜੈਕਟ ਕਰਤਾ। ਸੋ ਗੱਲ ਤੇ ਸਾਰੀ ਇਹ ਨਿਕਲ ਕੇ ਆਉਂਦੀ ਆ ਵੀ ਅਸੀਂ ਹੈਲਦੀ ਡੈਮੋਕ੍ਰੇਸੀ 'ਚ ਰਹਿ ਰਹੇ ਹਾਂ ਕਿ ਤਾਨਾਸ਼ਾਹੀ 'ਚ ਰਹਿ ਰਹੇ ਹਾਂ। ਕਿਆ ਭਵਿੱਖ 'ਚ ਗਰੇਵਾਲ ਸਾਹਿਬ ਨਹੀਂ ਦੱਸਦੇ ਵੀ ਜਿਹੜਾ ਸਾਡਾ ਭਵਿੱਖ ਹੈ ਇਸ ਮੁਲਕ ਦਾ, ਇਸ ਤਰੀਕੇ ਨਾਲ ਆਪਾਂ ਜਿਹੜੀਆਂ ਇੰਸਟੀਟਿਊਸ਼ਨਸ ਨੂੰ ਖਤਮ ਕਰੀ ਜਾਵਾਂਗੇ, ਇਸ ਤਰੀਕੇ ਨਾਲ ਸੂਬੇ ਦੇ ਅਧਿਕਾਰ ਖਤਮ ਕਰੀ ਜਾਵਾਂਗੇ, ਤੇ ਆਉਣ ਵਾਲਾ ਭਵਿੱਖ ਜਿਹੜਾ ਡੈਮੋਕ੍ਰੇਸੀ ਦਾ ਉਹ ਕਿਸ ਤਰ੍ਹਾਂ ਦਾ ਹੋਊਗਾ? ਉਹ ਤੇ ਖਤਮ ਹੋ ਜਾਊਗਾ ਨਾ। ਉਹਦਾ ਜਿਹੜਾ ਡਰ ਹੈ ਉਹ ਕਿਸਾਨ ਲੀਡਰਾਂ ਨੂੰ ਉਹਦਾ ਸਭ ਤੋਂ ਵੱਡਾ ਡਰ ਹੈ। ਇਸੇ ਕਰਕੇ ਕਹਿ ਰਹੇ ਆ ਵੀ ਖੇਤੀ ਜਿਹੜਾ ਹੈ ਉਹ ਸੂਬਿਆਂ ਦਾ ਅਧਿਕਾਰ ਹੈ, ਇਹ ਸੂਬਿਆਂ ਨੂੰ ਡਿਸਾਈਡ ਕਰਨ ਦਿਓ, ਔਰ ਜਿਹੜੀ ਮੋਦੀ ਸਰਕਾਰ ਇਸ ਤੇ ਵੱਡਾ ਦਿਲ ਵਿਖਾਵੇ, ਜਿਹੜਾ ਅੰਦੋਲਨ ਦਾ ਜਿਹੜਾ ਸਾਰਾ ਉਹਨਾਂ ਨੇ ਵੇਖ ਲਿਆ ਉਸ ਹਿਸਾਬ ਨਾਲ ਇਹਨੂੰ ਵਾਪਸ ਲਵੇ, ਹੋਰ ਕੋਈ ਗੱਲ ਨਹੀਂ ਹੈ। ਧੌਣ ਤੇ ਗੋਡਾ ਥੋੜੀ ਆ। ਦੂਸਰੀ ਲਾਸਟ ਗੱਲ ਮੈਂ ਕਹਿਣਾ ਹੈ, ਜਿਸ ਤਰੀਕੇ ਨਾਲ ਅੱਗ ਲਾਉਣ ਵਾਲੇ ਬਿਆਨ ਭਾਜਪਾ ਦੇ ਕੁਝ ਲੀਡਰ ਦਿੰਦੇ ਆ, ਉਹਨਾਂ ਨੂੰ ਇਹ ਤੋਂ ਗਰੇਜ ਕਰਨਾ ਚਾਹੀਦਾ ਹੈ। ਉਹਨਾਂ ਨੂੰ ਇਹਨਾਂ ਦੀ ਲੀਡਰਸ਼ਿਪ ਨੂੰ ਝਾੜ ਝੰਬ ਕਰਨੀ ਚਾਹੀਦੀ ਆ ਵੀ ਇਸ ਤਰ੍ਹਾਂ ਦੀਆਂ ਅੱਗ ਨਾ ਲਾਓ। ਅੱਗ ਇਹ ਲਾਉਣ ਦਾ ਪ੍ਰਯਾਸ ਕਰ ਰਿਹਾ। ਪੰਜਾਬ ਛੱਡੋ, ਹਰਿਆਣੇ ਤੇ ਇਹਨਾਂ ਦੀ ਸਰਕਾਰ ਹੈ ਨਾ, ਲੋਕਾਂ ਦਾ ਆਕਰੋਸ਼ ਤੇ ਉੱਥੇ ਵੀ ਆ, ਤਾਂ ਬੰਗਾਲ 'ਚ ਇਹਨਾਂ ਨੇ ਦੇਖ ਹੀ ਲਿਆ। ਸੋ ਸਾਰੀ ਚੀਜ਼ਾਂ ਨੂੰ ਸਮਝਣਾ ਚਾਹੀਦਾ ਹੈ। ਲੇਕਿਨ ਮੋਦੀ ਸਾਹਿਬ BJP ਦੇ ਵੀ ਵੱਡੇ ਲੀਡਰਾਂ ਦੀ ਗੱਲ ਸੁਣਨੋਂ ਹਟ ਗਏ ਆ। ਇਹ ਬਹੁਤ ਖਤਰਨਾਕ ਸਥਿਤੀ ਆ। ਪਾਰਟੀ ਵਿਦ ਡਿਫਰੈਂਸ ਜਿਹੜੀ ਕਹਿੰਦੀ ਸੀ, ਉਹ ਆਪਣੇ ਜਿਹੜੇ ਏਜੰਡੇ ਤੋਂ ਥੜਕ ਗਈ ਆ, ਔਰ ਦੋ ਹੀ ਬੰਦੇ ਇਸ ਮੁਲਕ ਨੂੰ, ਪਾਰਟੀ ਨੂੰ ਔਰ ਸਰਕਾਰ ਚਲਾ ਰਹੇ, ਜਿਹੜਾ ਇਸ ਦੇਸ਼ ਦੀ ਡੈਮੋਕ੍ਰੇਸੀ ਲਈ ਬੜਾ ਖਤਰਨਾਕ ਹੈ। ਓਕੇ, ਥੈਂਕ ਯੂ। ਪ੍ਰੋਫੈਸਰ ਮਨਜੀਤ ਸਿੰਘ ਗਰੇਵਾਲ ਸਾਹਿਬ ਖਾਸ ਤੌਰ ਤੇ ਗੱਲ ਕਹਿ ਰਹੇ ਹੈ ਕਿ ਕਿਸਾਨੀ ਅੰਦੋਲਨ ਦਾ ਕਿਸਾਨੀ ਹਿੱਤਾਂ ਦੀ ਕੋਈ ਗੱਲ ਨਹੀਂ, ਇਹ ਤਾਂ ਚੋਣਾਂ ਵੱਲ ਦੇਖ ਰਹੇ ਹੈ। ਜਿਹੜੀਆਂ ਆ ਰਹੀਆਂ ਪੰਜਾਬ ਵਿਧਾਨ ਸਭਾ ਦੀ ਗੱਲ ਕਰ ਲਈਏ, ਆਪਾਂ UP ਦੀ ਗੱਲ ਕਰ ਲਈਏ, ਦੂਜੇ ਰਾਜਾਂ ਦੀ 5 ਰਾਜਾਂ ਜਿਹੜੀਆਂ ਵਿਧਾਨ ਸਭਾ ਦੀਆਂ ਚੋਣਾਂ ਹੋ ਰਹੀਆਂ, ਕਿਸਾਨ ਨੇਤਾ ਕਹਿ ਵੀ ਰਹੇ ਹੈ ਕਿ ਜੇ ਕਿਸੇ ਮੁੱਦੇ ਤੇ ਨਹੀਂ ਪਹੁੰਚੇਗੀ ਭਾਜਪਾ ਤਾਂ ਇਹਨਾਂ 5 ਰਾਜਾਂ 'ਚ ਸਬਕ ਸਿਖਾਵਾਂਗੇ ਭਾਜਪਾ ਨੂੰ। ਕੀ ਪੋਲੀਟੀਕਲ ਤੌਰ ਤੇ ਨਿਸ਼ਾਨੇ ਤੇ ਲਿਆ ਜਾ ਰਿਹਾ ਭਾਜਪਾ ਨੂੰ ਕਿਸਾਨ ਆਗੂਆਂ ਵੱਲੋਂ? ਅੱਜ ਲਖਨਊ 'ਚ ਪ੍ਰੈਸ ਕਾਨਫਰੰਸ ਕਰਨ ਗਏ ਹੋਏ ਆ ਕਿਸਾਨ, ਉੱਥੇ ਆਗਾਜ਼ ਹੋ ਗਿਆ। 2024 ਤੱਕ ਜਾਣ ਦੀ ਲੋੜ ਨਹੀਂ, 2022 'ਚ ਹੀ ਕਾਫੀ ਕੁਝ ਕਿਸਾਨ ਕਰ ਦੇਣਗੇ। ਬੰਗਾਲ ਤੋਂ ਸ਼ੁਰੂ ਹੋ ਗਿਆ ਤੇ UP 'ਚ ਜਿੱਦਣ ਪੜਾਕਾ ਪੈ ਗਿਆ ਤੇ ਇਹਨਾਂ ਦਾ ਧੜਾਕਾ ਨਿਕਲ ਜਾਊਗਾ। ਸਵਾਲ ਤੇ ਇਹ ਆ ਕਿ ਇੰਨੇ ਮਹੀਨੇ ਹੋ ਗਏ ਆ, ਬਥੇਰੇ ਰਾਹ ਅਸੀਂ ਦੱਸਿਆ ਵੀ ਇੰਜ ਕਰ ਲਓ। ਅਸੀਂ ਤੇ ਇਹ ਵੀ ਕਿਹਾ ਕਿ ਕਿਸੇ ਆਪਣੇ ਹੱਥ ਠੋਕੀ ਕਿਸਾਨ ਯੂਨੀਅਨ ਨੂੰ ਖੜੇ ਕਰਕੇ ਸੁਪਰੀਮ ਕੋਰਟ 'ਚ ਤੁਸੀਂ ਉਹਨੂੰ ਰੱਦ ਕਰਾ ਦਿਓ ਤਿੰਨੇ ਕਾਨੂੰਨਾਂ ਨੂੰ, ਕਿਉਂਕਿ ਰਾਜ ਸਭਾ ਦੇ ਵਿੱਚ ਉੱਥੇ ਡਿਵੀਜ਼ਨ ਆਫ ਵੋਟ ਨਹੀਂ ਹੋਇਆ। ਇਸ ਲਈ ਤੁਸੀਂ ਜਦੋਂ ਇੰਨੇ ਵੱਡੇ ਪੱਧਰ ਤੇ ਧੱਕਾ ਕਰੋਗੇ ਲੋਕਾਂ ਦੇ ਨਾਲ, ਇਹ ਇੱਕ ਗੱਲ ਸਮਝ ਲਓ ਕਿ ਜਿਹੜੀ ਲੜਾਈ ਆ ਉਹ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ ਨਹੀਂ ਹੈ। ਇਹ ਦੇਸ਼ ਦੀ ਜਨਤਾ ਇੱਕ ਪਾਸੇ ਜਿਹੜੇ ਸਾਰੇ ਵੋਟਰ ਤੇ ਦੂਜੇ ਪਾਸੇ ਜਿਹੜੇ ਇਹਨਾਂ ਦੇ ਪਿੱਛੇ ਤਾਕਤਾਂ ਆ ਕਾਰਪੋਰੇਟ, ਉਹਨਾਂ ਦੇ ਵਿਚਾਲੇ ਆ। ਅਡਾਨੀ ਕਿਵੇਂ ਭੱਜ ਗਿਆ ਇੱਥੋਂ? ਜਿਹੜੀ ਸਾਡੀ ਸੁੱਕੀ ਬੰਦਰਗਾਹ ਆ ਉੱਥੋਂ ਲੈ ਕੇ ਆਪਣਾ ਬੋਰਡ ਲੈ ਕੇ ਭੱਜਣ ਲੱਗਾ। ਪਤਾ ਲੱਗ ਗਿਆ ਕਿ ਹੁਣ ਉਹ ਲੋਕ ਚੱਲਣ ਨਹੀਂ ਦੇਣਗੇ। ਇਸ ਲਈ ਜਿਹੜੀਆਂ ਪਿੱਛੇ ਤਾਕਤਾਂ ਆ, ਕਿਉਂ ਨਹੀਂ ਸਰਕਾਰ ਮੰਨ ਰਹੀ? ਸਰਕਾਰ ਨੂੰ ਸਾਰਾ ਕੁਝ ਦਿਖਦਾ, ਕਿਉਂ ਨਹੀਂ ਮੰਨ ਰਹੀ? ਉਹ ਇਸ ਕਰਕੇ ਨਹੀਂ ਮੰਨਦੀ ਕਿ ਜਿੱਥੋਂ ਪੈਸੇ ਲੈ ਕੇ ਚੋਣਾਂ ਲੜੀਆਂ ਤੇ ਜਿੱਤਾਂ ਹਾਸਲ ਕੀਤੀਆਂ, ਉਹ ਅੱਗਿਓਂ ਅੱਖਾਂ ਦਿਖਾਉਂਦੇ ਆ ਕਿ ਗਾਂਹ ਜਾਓ, ਜਾ ਕੇ ਉੱਥੇ ਆਪਣਾ ਖੜੇ ਹੋ, ਹੁਣ ਪਿਛਾਂ ਨਹੀਂ ਆਉਣਾ, ਪਿਛਾਂ ਤੁਸੀਂ ਜੋ ਕਰਨਾ ਸੀ ਕਰ ਲਿਆ। ਇਹ ਸਾਰਾ ਕੁਝ ਜੋ ਹੋ ਰਿਹਾ, ਇਸ ਨੂੰ ਬਿਲਕੁਲ ਇੱਕ ਸਧਾਰਨ ਤੌਰ ਤੇ ਨਿੱਕੀ ਜਿਹੀ ਟੈਕਨੀਕਲ ਗੱਲ ਨਹੀਂ ਸਾਨੂੰ ਲੈਣੀ ਚਾਹੀਦੀ। ਅਸਲ ਮਾਨਿਆਂ 'ਚ ਇੱਕ ਜਨਤਾ ਜਨਾਰਦਨ, ਲੋਕ ਹੱਕ, ਜ਼ਮੀਨ, ਪਿੰਡ ਬਚਾਉਣੇ, ਉਹ ਇੱਕ ਪਾਸੇ ਸਾਰੇ ਹੈਗੇ। ਐਸੈਂਸ਼ੀਅਲ ਕਮੋਡਿਟੀ ਐਕਟ ਕਿਉਂ ਬਦਲਣ ਦੀ ਲੋੜ ਸੀ ਵੀ? ਕਿਉਂ ਤੁਸੀਂ ਆਪਣਾ ਸਿੱਧਾ ਮੋਟੇ ਤੌਰ ਤੇ ਏਡੇ ਵੱਡੇ ਪੱਧਰ ਤੇ ਜ਼ਖੀਰੇਬਾਜ਼ੀ ਨੂੰ ਖੁੱਲ੍ਹ ਦੇਣੀ ਚਾਹੁੰਦੇ ਆ? ਉਹੀ ਕੰਮ BJP ਵਾਲਾ ਕਰਤਾ ਨਾ, ਜੋ ਟਰੇਡਰ ਕਰਦੇ ਹੁੰਦੇ ਆ
ਕਿ ਉਹ ਹਮੇਸ਼ਾ ਜ਼ਖੀਰੇਬਾਜ਼ੀ ਕਰਦੇ ਸੀ ਤੇ ਲੋਕਾਂ ਨੂੰ ਭੁੱਖੇ ਮਾਰ ਕੇ 4-4 ਗੁਣਾ ਤੁਸੀਂ ਕੀਮਤਾਂ ਵਧਾਉਣੀਆਂ। ਇਸ ਲਈ ਜਨਤਾ ਵੀ ਉਹਨਾਂ ਦੇ ਨਾਲ ਆ। ਇੱਕ ਮਿੰਟ ਜੀ, ਜਨਤਾ ਵੀ ਉਹਨਾਂ ਦੇ ਨਾਲ ਆ। ਇਸ ਹਾਂ ਬਿਲਕੁਲ ਸਿੱਧੂ ਸਾਹਿਬ, ਇਸ ਲਈ ਇਹਦਾ ਇੱਕੋ ਇੱਕ ਹੱਲ ਆ ਮੇਰੇ ਸਾਹਮਣੇ। ਉਹ ਕਹਿੰਦੇ ਅਸੀਂ ਕਾਨੂੰਨ ਰੱਦ ਨਹੀਂ ਕਰਨੇ ਤੇ ਕਿਸਾਨ ਕਹਿੰਦੇ ਅਸੀਂ ਕਰਵਾਉਣੇ ਆ। ਅਗਲੇ ਫੇਜ਼ ਦੇ ਵਿੱਚ ਕਿਸਾਨਾਂ ਨੂੰ ਇਹ ਫੈਸਲਾ ਕਰ ਲੈਣਾ ਚਾਹੀਦਾ ਯੂਪੀ ਦੀਆਂ ਚੋਣਾਂ ਦੇ ਵਿੱਚ ਕਿ ਬਿਲਕੁਲ ਕਾਨੂੰਨ ਵਾਪਸ ਹੋਣ ਨਾ ਹੋਣ, ਅਸੀਂ ਇਹ ਸਰਕਾਰ ਨਹੀਂ ਰਹਿਣ ਦੇਣੀ। ਇਹ ਸਰਕਾਰ ਦਾ ਰੈਜ਼ਿਗਨੇਸ਼ਨ ਮੰਗਣਾ ਚਾਹੀਦਾ। ਇਹ ਪਾਪੂਲਰ ਸਰਕਾਰ ਨਹੀਂ ਰਹੀ, ਦੁਬਾਰਾ ਵੋਟਾਂ ਕਰਵਾਉਣ। ਇਸ ਕਰਕੇ ਰਾਸ਼ਟਰਪਤੀ ਨੂੰ ਚਿੱਠੀ ਲਿਖਣੀ ਚਾਹੀਦੀ ਆ। ਦੇਖੀ ਤਾਂ ਜਦੋਂ ਨੱਕ 'ਚ ਦਮ ਹੋਇਆ ਕਹਿਣਗੇ ਅਸੀਂ 3 ਕਾਨੂੰਨ ਕਿ ਅਸੀਂ 6 ਕਾਨੂੰਨ ਵਾਪਸ ਲੈ ਲੈਂਦੇ ਆ। ਇਸ ਤਰੀਕੇ ਨਾਲ ਆ ਜਾਣਗੇ। ਪਤਾ ਲੱਗੂਗਾ ਕਿ ਅਗਲਾ ਸਟੈਪ ਜਿਹੜਾ ਕਿਸਾਨਾਂ ਨੇ ਲੈ ਲਿਆ। ਦੂਸਰੀ ਗੱਲ, ਆ ਪਾਰਲੀਮੈਂਟ ਦੇ ਅੰਦਰ ਇੱਕ ਹੋਰ ਕਾਨੂੰਨ ਬਿਜਲੀ ਵਾਲਾ ਇੰਟਰੋਡਿਊਸ ਕਰਨ ਜਾ ਰਹੇ ਆ। ਕਿੱਥੇ ਸੂਤਰ ਆਉਂਦੇ ਆ? ਦੱਸਣ, ਆਪਣੀ ਪਾਰਟੀ ਨੂੰ ਪੁੱਛਣ ਗਰੇਵਾਲ ਜੀ ਕਿ ਕਿਉਂ ਜਿਹੜਾ ਬਿਜਲੀ ਵਾਲੇ ਕਾਨੂੰਨ ਨੂੰ ਕਹਿੰਦੇ ਸੀ ਅਸੀਂ ਨਹੀਂ ਲੈ ਕੇ ਆਵਾਂਗੇ, ਹੁਣ ਉਹ ਇਸ ਸੈਸ਼ਨ ਦੇ ਵਿੱਚ ਕਿਉਂ ਲਿਆਉਣ ਦਾ ਫੈਸਲਾ ਉਹਨਾਂ ਨੇ ਕੀਤਾ। ਥੈਂਕ ਯੂ ਪ੍ਰਸਾਦ, ਥੈਂਕ ਯੂ ਪ੍ਰਸਾਦ। ਗਰੇਵਾਲ ਜੀ, ਪ੍ਰੋਫੈਸਰ ਮਨਜੀਤ ਸਿੰਘ ਹੁਣੇ ਤੇ ਦੂਜੇ ਮਹਿਮਾਨਾਂ ਨੇ ਵੀ ਕਿਹਾ ਕਿ ਜਦੋਂ ਭਾਜਪਾ ਨਹੀਂ ਮੰਨ ਰਹੀ ਤਾਂ ਸਿੱਧੇ ਤੌਰ ਤੇ ਪੋਲੀਟੀਕਲ ਤੌਰ ਤੇ ਚੁਣੌਤੀ ਦਿੱਤੀ ਜਾਏਗੀ। 5 ਰਾਜਾਂ ਦੇ ਵਿੱਚ ਵੀ, ਚਾਹੇ ਯੂਪੀ ਹੈ ਤੇ ਦੂਜੇ ਰਾਜ ਹੈ ਜਿੱਥੇ ਚੋਣਾਂ ਆ ਰਹੀਆਂ, ਉੱਥੇ ਵੀ ਕਹਿੰਦੇ ਪੱਤਾ ਸਾਫ਼ ਕਰਾਂਗੇ। ਇਹਨਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਪਾਰਲੀਮੈਂਟ ਦੇ ਅੰਦਰ ਵੀ ਕਿਹਾ ਜਾਵੇ ਕਿ ਸਰਕਾਰ ਜਿਹੜੀ ਹੈਗੀ ਹੈ ਇਹ ਤੋੜ ਕੇ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਜਾਵੇ ਕਿ ਲੋਕਾਂ ਦੀ ਭਰੋਸੇਯੋਗਤਾ ਖਤਮ ਹੋ ਗਈ ਹੈ ਸਰਕਾਰ ਤੋਂ ਇਹਨਾਂ ਮੁੱਦਿਆਂ ਨੂੰ ਲੈ ਕੇ। ਪੋਲੀਟੀਕਲ ਲੜਾਈ ਲੜਨ ਵੱਲ ਨੂੰ ਵੱਧ ਰਹੇ ਆ ਕਿਸਾਨ ਜੇ ਗੱਲ ਨਹੀਂ ਮੰਨੀ ਜਾਏਗੀ। ਗਰੇਵਾਲ ਸਾਹਿਬ। ਜਗਤਾਰ ਜੀ, ਇਹਨਾਂ ਦਾ ਅਧਿਕਾਰ ਹੈ ਸ਼ਾਂਤਮਈ ਤਰੀਕੇ ਨਾਲ ਕੁਝ ਵੀ ਕਰਨ, ਉਹ ਇਹਨਾਂ ਨੂੰ ਅਧਿਕਾਰ ਹੈ ਤੇ ਉਹਦੇ 'ਚ ਅਸੀਂ ਕੁਝ ਨਹੀਂ ਕਹਿੰਦੇ ਔਰ ਸਾਡਾ ਕੋਈ ਆਬਜੈਕਸ਼ਨ ਉਹਨਾਂ ਚੀਜ਼ਾਂ ਤੇ। ਅਸੀਂ ਆਪਣਾ ਕੰਮ ਕਰ ਰਹੇ ਹਾਂ, ਇਹ ਆਪਣਾ ਕੰਮ ਕਰਨ। ਬਾਕੀ ਮੈਂ ਕੰਗ ਸਾਹਿਬ ਦੀ ਗੱਲ ਦਾ ਜ਼ਰੂਰ ਜਵਾਬ ਦਊਂਗਾ। ਜੋ ਉਹਨਾਂ ਨੇ ਇੱਕ ਗੱਲ ਕਹੀ ਹੈ ਕਿ ਇਹ ਕਾਨੂੰਨ ਸਟੇਟ ਗਵਰਨਮੈਂਟ ਲਿਆ ਨਹੀਂ ਸਕਦੀ। ਜੇ ਕਾਨੂੰਨ ਸਟੇਟ ਗਵਰਨਮੈਂਟ ਨਹੀਂ ਲਿਆ ਸਕਦੀ ਤਾਂ ਸੁਪਰੀਮ ਕੋਰਟ ਆਫ ਇੰਡੀਆ ਹੈਗੀ ਆ, ਉਹਦੇ 'ਚ ਕੋਈ ਵੀ, ਕੰਗ ਸਾਹਿਬ ਖੁਦ ਐਡਵੋਕੇਟ ਨੇ, ਉਹਦੇ 'ਚ ਇੱਕ PIL ਪਾਉਣ ਦੀ ਜ਼ਰੂਰਤ ਸੀ ਤੇ ਅਧਿਕਾਰਾਂ ਦੀ ਗੱਲ ਹੈਗੀ ਆ ਤਾਂ ਇਹ ਕਾਨੂੰਨ ਉੱਥੇ ਹੀ ਹੋਲਡ ਤੇ ਪੈ ਜਾਣੇ ਸੀ ਤੇ ਉੱਥੇ ਹੀ ਰੁਕ ਜਾਣਾ ਸੀ ਸਾਰਾ ਕੁਝ। ਫਿਰ ਤਾਂ ਜ਼ਰੂਰਤ ਹੀ ਨਹੀਂ ਐਡੀ ਵੱਡੀ ਐਜੀਟੇਸ਼ਨ ਕਰਨ ਦੀ। ਐਸੀ ਗੱਲ ਨਹੀਂ ਹੈ। ਸਰਕਾਰ ਦੇ ਵੀ ਆਪਣਾ ਕਾਨੂੰਨ ਦੇ ਜਿਹੜੇ ਮਾਹਿਰ ਨੇ ਉਹਨਾਂ ਨਾਲ ਸਲਾਹ ਮਸ਼ਵਰਾ ਕਰਕੇ ਹੀ ਕਰਦੀ ਹੈ। ਕੋਈ ਕਾਨੂੰਨ ਇਸ ਤਰ੍ਹਾਂ ਨਹੀਂ ਲਿਆਂਦਾ ਜਾਂਦਾ, ਉਹਦੀ ਇੱਕ ਪ੍ਰਕਿਰਿਆ, ਔਰ ਇਹ UPA ਦੀ ਗਵਰਨਮੈਂਟ ਤੋਂ ਚੱਲ ਰਹੀ ਸੀ ਪ੍ਰਕਿਰਿਆ ਔਰ ਹੁਣ ਤੱਕ ਚੱਲੀ ਤਾਂ ਇਹ ਕਾਨੂੰਨ ਆਏ। ਔਰ ਦੂਸਰੀ ਗੱਲ ਜਿਹੜੀ ਮੈਂ ਕਹਿਣੀ ਚਾਹੁੰਦਾ ਕਿ ਜੇ ਇਹਨਾਂ ਨੂੰ ਲੱਗਦਾ ਹੋਵੇ ਕਿ ਵੈਸਟ ਬੰਗਾਲ 'ਚ ਇਹਨਾਂ ਨੇ ਸਾਨੂੰ ਹਰਾਤਾ, ਇਹੀ ਜੀ ਕੋਈ ਗੱਲ ਨਹੀਂ। ਬੰਗਾਲ 'ਚ ਅਸੀਂ 3 ਸੀਟਾਂ ਸੀ, ਸਾਡੇ ਕੋਲ 77 ਤੇ ਪਹੁੰਚ ਗਏ ਤੇ ਠੀਕ ਹੈ। ਚਲੋ ਕਾਫੀ ਬਹਿਸ ਕੀਤੀ ਆਪਾਂ ਪਹਿਲਾਂ। 1 ਮਿੰਟ, 10% ਵੋਟਾਂ ਸੀ, 37% ਵੋਟਾਂ ਤੇ ਆ ਗਏ। ਤੇ ਇਸੇ ਤਰ੍ਹਾਂ ਜੇ ਹੁਣ ਅੱਜ ਪੰਜਾਬ 'ਚ ਅਸੀਂ ਕਹੀਏ 2 ਤਾਂ ਸਾਡੇ ਕੋਲ ਸੀਟਾਂ ਨੇ ਤੇ ਅਸੀਂ ਕਹਿ ਕੇ ਤਾਂ ਇਹੀ ਲੜਨਾ ਕਿ ਅਸੀਂ 70-80 ਸੀਟਾਂ ਜਿੱਤਣੀਆਂ ਨੇ। ਜ਼ੋਰ ਤਾਂ ਜਿੱਤਣ ਵਾਸਤੇ ਹੀ ਲਾਉਂਦਾ ਯਾਰ ਪਾਰਟੀ, ਇਹ ਥੋੜਾ ਕਹਿ ਕੇ ਲੜਦੇ ਕਿ ਅਸੀਂ ਹਾਰਨਾ। ਇਹ ਇਸ ਕਰਕੇ ਇਹ ਜਿਹੜੀਆਂ ਗੱਲਾਂ ਕਰਦੇ ਨੇ UP 'ਚ ਹਰਾ ਦਿਆਂਗੇ ਜਾਂ ਉੱਥੇ, ਪੂਰਾ ਜ਼ੋਰ ਲਾਉਣਾ ਹੁੰਦਾ। ਆਪਦੀ ਮਨਸ਼ਾ ਦਿਲ 'ਚ ਨਾ ਰੱਖਣ ਕਿ ਅਸੀਂ BJP ਨੂੰ ਹਰਾ ਨਹੀਂ ਸਕੇ, ਐਸਾ ਕੁਝ ਨਹੀਂ ਹੈ। ਓਕੇ ਜੀ ਗਰੇਵਾਲ ਜੀ, ਅੱਜ ਦਾ ਫਖਰ ਆ। ਹਾਂਜੀ, ਅੱਜ ਦਾ ਮੁੱਦਾ ਨਹੀਂ ਆਪਾਂ, ਤੁਸੀਂ ਕਹਿ ਰਹੇ ਹੋ ਕਿ ਲੜਾਂਗੇ 70, ਪਰ ਇਹ ਹੈ ਕਿ 2 ਤੋਂ ਜ਼ਰੂਰ ਵਧੇਗੀ ਭਾਜਪਾ, ਇਹ ਕਹਿ ਰਹੇ ਹੋ ਗਰੇਵਾਲ ਜੀ? ਨਹੀਂ 117 ਲੜਾਂਗੇ ਔਰ 70 ਜਿੱਤਣ ਦੀ ਕਾਮਨਾ ਕਰਾਂਗੇ। 70 ਜਿੱਤਣ ਦੀ ਕਾਮਨਾ ਕਰਦੇ ਆ। ਬਿਲਕੁਲ ਜਿਹੜਾ ਹੈਗਾ ਗਰੇਵਾਲ ਜੀ ਤੁਹਾਡਾ ਦਾਵਾ। ਮੈਂ ਕਿਸਾਨ ਨੇਤਾ ਤੋਂ ਬਲਦੇਵ ਜੀ, ਮੇਰੀ ਆਵਾਜ਼ ਆ ਰਹੀ ਹੈ? ਬਲਦੇਵ ਜੀ, ਪੋਲੀਟੀਕਲ ਤੌਰ ਤੇ ਪ੍ਰੋਫੈਸਰ ਮਨਜੀਤ ਸਿੰਘ ਉਹਨਾਂ ਨੇ ਗੱਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਜਿਹੜੀ ਹੁਣ ਸਰਕਾਰ ਹੈਗੀ ਆ ਕਿਸਾਨਾਂ ਦੀਆਂ ਗੱਲਾਂ ਮੰਨਣ ਲਈ ਤਿਆਰ ਨਹੀਂ, ਕਿ ਜਿਹੜੇ ਆ ਰਹੀਆਂ ਚੋਣਾਂ 5 ਰਾਜਾਂ 'ਚ, ਗਰੇਵਾਲ ਜੀ ਦਾ ਕਹਿ ਰਿਹਾ ਕਿ ਪੰਜਾਬ ਦੇ ਵਿੱਚ ਵੀ 117 ਤੋਂ 70 ਸੀਟਾਂ ਜਿੱਤਾਂਗੇ ਤੇ UP ਦਾ ਜਿੱਤਾਂਗੇ। ਕੀ ਕਿਸਾਨ ਜਿਹੜਾ ਪੱਤਾ ਸਾਫ਼ ਕਰਨਗੇ ਇਹਨਾਂ ਰਾਜਾਂ 'ਚ ਆ ਰਹੀਆਂ ਚੋਣਾਂ 'ਚ ਜੇ ਕੋਈ ਫੈਸਲਾ ਨਹੀਂ ਹੁੰਦਾ? ਬਲਦੇਵ ਜੀ ਬਿਲਕੁਲ ਜੀ, ਜਿੰਨਾ ਚਿਰ ਖੇਤੀ ਵਿਰੋਧੀ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਉਹਨਾਂ ਚਿਰ ਭਾਜਪਾ 5 ਰਾਜਾਂ ਦੇ ਵਿੱਚ ਵੜ ਕੇ ਦਿਖਾਵੇ, ਪੱਛਮੀ ਬੰਗਾਲ ਵੀ ਬੁਰਾ ਹਾਲ ਹੋਣਾ। UP ਦੇ ਵਿੱਚ ਸਾਡੀਆਂ ਕਾਨਫਰੰਸਾਂ ਸ਼ੁਰੂ ਹੋ ਗਈਆਂ। ਇਹ ਪੰਜਾਬ ਦੇ ਵਿੱਚ ਤਾਂ ਮੈਨੂੰ ਲੱਗਦਾ ਵੀ ਗਰੇਵਾਲ ਜਾ ਕੇ ਆਪ ਹੀ 117 ਸੀਟਾਂ ਤੇ ਜਿਹੜਾ ਹੈਗਾ ਉੱਥੇ ਭਾਸ਼ਣ ਦੇਣਗੇ, ਜਾ ਕੇ ਕਰਨਗੇ। ਪੰਜਾਬ ਦੇ ਵਿੱਚ ਜਾਣ ਤਾਂ ਸਹੀ ਨਾ, ਪੰਜਾਬ ਦੇ ਜਵਾਨ ਤਾਂ ਹੋ ਜਾਣਗੇ ਇਹਨਾਂ ਦੀਆਂ। 117 ਬੰਦੇ ਨਹੀਂ ਲੱਭਣੇ ਸਿੱਧੂ ਸਾਹਿਬ ਪੰਜਾਬ ਦੇ ਵਿੱਚੋਂ। ਇਹ ਰੋਕੂਗਾ। ਜਿਵੇਂ ਕਹਿੰਦੇ ਵੀ ਦਾਈਆ ਬਾਲ ਕਿਤੇ ਕਹਿੰਦੇ ਅੱਗੇ ਹੀ ਡਿੱਗਣੇ ਆ।
ਜਗਤਾਰ ਜੀ ਇਹਨਾਂ ਨੂੰ ਰੋਕੋ। ਇਹਨਾਂ ਨੂੰ ਪਤਾ ਲੱਗ ਗਿਆ ਪੱਛਮੀ ਬੰਗਾਲ ਦੇ ਜਿਹੜੇ ਅੰਕੜੇ ਪੇਸ਼ ਕਰਦੇ ਨੇ ਕਿ 2 ਸੀਟਾਂ ਸੀ, ਉਹ ਪੱਛਮੀ ਬੰਗਾਲ ਨੂੰ ਇਹ ਫਰਕ ਕਰਨਾ ਚਾਹੁੰਦੇ ਸੀ ਤੇ ਉੱਥੇ ਕੀ ਹਾਲ ਹੋਇਆ। ਯੂਪੀ ਦੇ ਵਿੱਚ ਪੰਚਾਇਤੀ ਚੋਣਾਂ 'ਚ ਕੀ ਹਾਲ ਹੋਇਆ ਤੁਸੀਂ ਦੇਖੋਗੇ। ਜਿਹੜਾ ਇਹਨਾਂ ਦੇ ਨਹੀਂ ਕਾਲੇ ਕਾਨੂੰਨ ਰੱਦ ਹੁੰਦੇ ਤਾਂ ਪਿੰਡਾਂ ਦੇ ਵਿੱਚ ਨਹੀਂ ਜਾਣਗੇ ਇਹ। ਅਸੀਂ ਵੱਧ ਦਿੱਤੀਆਂ ਨੇ ਕੀ ਗੱਲਾਂ ਕਰਦੇ। ਜੀ ਗਰੇਵਾਲ ਜੀ ਮੈਂ ਤੁਹਾਡੇ ਜਵਾਬ ਵੱਲ ਆ ਰਿਹਾ। ਗਰੇਵਾਲ ਜੀ ਮਾਨਾ ਤੁਹਾਡੇ ਵੱਲ ਉਦੋਂ ਪਹਿਲਾਂ ਕੰਗ ਸਾਹਿਬ ਇੰਤਜ਼ਾਰ ਕਰ ਰਹੇ, ਆਪਾਂ ਉਹਨਾਂ ਦਾ ਜਵਾਬ ਲੈ ਲਈਏ। ਡੈਫੀਨੇਟਲੀ ਗਰੇਵਾਲ ਜੀ ਤੁਹਾਡੇ ਤੋਂ ਮੈਂ ਜਵਾਬ ਲਵਾਂਗਾ। ਕੰਗ ਸਾਹਿਬ, ਗਰੇਵਾਲ ਸਾਹਿਬ ਨੇ ਕਿਹਾ ਕਿ ਹਰ ਇੱਕ ਦਾ ਅਧਿਕਾਰ ਹੈ ਜਮਹੂਰੀ ਤੌਰ ਤੇ ਜੋ ਮਰਜ਼ੀ ਦਾਅਵੇ ਕਰੇ ਜਾਣ, ਔਰ ਉਹ ਕਹਿੰਦੇ ਅਸੀਂ ਪੰਜਾਬ 'ਚ ਹੀ ਘੱਟੋ ਘੱਟ ਬਾਹਰਲੀਆਂ ਗੱਲਾਂ ਦਾ ਛੱਡੋ 117 ਲੜਾਂਗੇ ਤੇ 70 ਸੀਟਾਂ ਜਿੱਤਾਂਗੇ। ਕੰਗ ਸਾਹਿਬ ਤੁਸੀਂ ਆਪ ਦੀ ਨੁਮਾਇੰਦਗੀ ਕਰਦੇ ਹੋ, ਮੈਨੂੰ ਲੱਗਦਾ ਹੈ ਆਪ ਦੀ ਨੁਮਾਇੰਦਗੀ ਕਰਦੇ ਹੋ। ਐਤਕੀ ਲੱਗਦਾ ਤੁਸੀਂ ਦੂਜੀ ਧਿਰ ਤੱਕ ਕਿੱਥੇ ਆਉਣਾ, ਤੀਜੀ ਚੌਥੀ ਵੀ ਨਹੀਂ ਆਉਣੀ ਜਿੱਦਾਂ ਗਰੇਵਾਲ ਜੀ ਕਹਿ ਰਹੇ ਆ। ਨਹੀਂ ਉਹ ਤਾਂ ਚਲੋ ਇਹਨਾਂ ਦਾ ਅਧਿਕਾਰ ਹੈ, ਇਲੈਕਸ਼ਨ 117 ਤੇ ਲੜ ਸਕਦੇ ਆ, ਉਹ 'ਚ ਕੋਈ ਦਿੱਕਤ ਨਹੀਂ ਹੈ। ਇਲੈਕਸ਼ਨ ਲੜਨ ਦਾ ਕੋਈ ਗੱਲ ਨਹੀਂ। ਗੱਲ ਜਿਹੜੀ ਬੇਸਿਕ ਹੈ, ਆਪਾਂ ਗੱਲ ਬੇਸਿਕ ਇਹ ਆ ਵੀ ਕਿਸਾਨਾਂ ਨੂੰ ਕੋਈ ਸ਼ੌਂਕ ਨਹੀਂ ਸੀ ਬੰਗਾਲ 'ਚ ਜਾਣ ਦਾ, ਕਿਸਾਨਾਂ ਦੀ ਮਜਬੂਰੀ ਸੀ। ਕਿਸਾਨਾਂ ਨੇ 6 ਮਹੀਨੇ ਦਿੱਲੀ ਜਿਹੜੀ ਸਾਡੀ ਕੈਪੀਟਲ ਹੈ ਮੁਲਕ ਦੀ, ਉੱਥੇ ਐਜੀਟੇਸ਼ਨ ਚਲਾਇਆ। ਕਿਸਾਨਾਂ ਨੇ ਵਾਰ-ਵਾਰ ਡਾਇਲੋਗ ਕੀਤਾ ਇਹਨਾਂ ਨਾਲ। ਕਿਸਾਨਾਂ ਨੇ ਸਾਰੇ ਜਮਹੂਰੀ ਤਰੀਕੇ ਜਿਹੜੇ ਪ੍ਰੋਟੈਸਟ ਕੀਤੇ ਜਾ ਸਕਦੇ ਸੀ ਉਹ ਕੀਤੇ। ਸਮਾਜ ਦੇ ਹਰੇਕ ਵਰਗ ਨੇ ਉੱਥੇ ਪਾਰਟਿਸਿਪੇਸ਼ਨ ਕੀਤੀ। ਗੱਲ ਇਹ ਆ ਵੀ ਹੰਕਾਰ ਦੇਖੋ ਇਹਨਾਂ ਦਾ, ਲੀਡਰਾਂ ਦਾ। ਆਖੇ ਜੀ ਸੁਪਰੀਮ ਕੋਰਟ ਚਲੇ ਜਾਓ। ਦੇਖੋ ਸੁਪਰੀਮ ਕੋਰਟ ਵਾਲੀ ਗੱਲ ਵਾਰ-ਵਾਰ ਕਲੀਅਰ ਕੀਤੀ ਆ। ਮੈਂ ਉਹੀ ਗੱਲ ਕਹਿ ਰਿਹਾ, ਇਹ ਹੰਕਾਰ ਬੋਲਦਾ। ਸਰਕਾਰ ਦੀ ਜਵਾਬਦੇਹੀ ਜਿੱਦਾਂ ਅਸੀਂ ਸੁਪਰੀਮ ਕੋਰਟ 'ਚ ਹੀ ਜਾਣਾ ਹੈ ਜਾਂ ਹਰ ਗੱਲ 'ਚ ਅਸੀਂ ਦੂਸਰੀਆਂ ਸੰਸਥਾਵਾਂ ਜਾਣਾ, ਤੇ ਸਰਕਾਰ ਕਾਹਦੇ ਲਈ ਹੁੰਦੀ ਆ? ਇਹੀ ਤੇ ਹੈਲਦੀ ਡਿਸਕਸ਼ਨ ਹੁੰਦੀ ਆ ਵੀ ਤੁਹਾਡਾ ਜਿਹੜਾ ਆ ਓਪੀਨੀਅਨ ਕਿਸ ਤਰ੍ਹਾਂ ਦਾ ਆ ਰਿਹਾ, ਤੁਹਾਡਾ ਰਿਐਕਸ਼ਨ ਕੀ ਆ ਰਿਹਾ। ਇਹ ਇਹਨਾਂ ਦਾ ਹੰਕਾਰ ਹੈ। ਔਰ ਸੁਪਰੀਮ ਕੋਰਟ ਦੇ ਹਾਲਾਤ ਵੀ ਜਿਸ ਤਰੀਕੇ ਦੇ ਬਣੇ ਆ ਸਿੱਧੂ ਸਾਹਿਬ, ਮੈਂ ਬਦਕਿਸਮਤੀ ਨਾਲ ਇਸ ਮੁਲਕ ਦੀ ਆ ਕਹਿਣਾ ਨਹੀਂ ਚਾਹੀਦਾ। ਮਾਨਯੋਗ ਸੁਪਰੀਮ ਕੋਰਟ ਦੀ ਕ੍ਰੈਡੀਬਿਲਿਟੀ ਤੇ ਜਦੋਂ ਦੇ ਮੋਦੀ ਸਾਹਿਬ ਸੱਤਾ 'ਚ ਆਏ ਆ, ਚਾਹੇ ਉਹ ਸੁਪਰੀਮ ਕੋਰਟ ਦੇ ਜੱਜਾਂ ਨੇ, ਸਿਟਿੰਗ ਜੱਜਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਜਾਂ ਚੀਫ ਜਸਟਿਸ ਰਿਟਾਇਰ ਹੋਣ ਤੋਂ ਅਗਲੇ ਦਿਨ ਬਾਅਦ ਭਾਜਪਾ ਦੀ ਮੈਂਬਰਸ਼ਿਪ ਲੈਂਦਾ ਹੈ, ਇਹ ਬਹੁਤ ਵੱਡੇ ਸਵਾਲ ਹੈ ਲੋਕਤੰਤਰ ਤੇ। ਜੇ ਸਾਨੂੰ ਇਹ ਸਾਰੀ ਚੀਜ਼ ਨੂੰ ਅਗਰ ਬਚਾਉਣਾ ਹੈ, ਅਗਰ ਇਹਨੂੰ ਬਚਾਉਣਾ ਤਾਂ ਗਰੇਵਾਲ ਸਾਹਿਬ ਨੂੰ ਵੀ ਪਾਰਟੀ ਤੋਂ ਉੱਠ ਕੇ ਗੱਲ ਕਰਨੀ ਪਊਗੀ। ਓਕੇ, ਥੈਂਕ ਯੂ ਵੈਰੀ ਮਚ। ਪ੍ਰੋਫੈਸਰ ਮਨਜੀਤ ਸਿੰਘ ਜੀ, ਮੈਂ ਕਮੈਂਟ ਜ਼ਰੂਰ ਲੈਣਾ ਚਾਹਾਂਗਾ, ਪਰ 2 ਲਾਈਨਾਂ ਦਾ ਇੱਕ ਕਮੈਂਟ ਜੋ ਗਰੇਵਾਲ ਜੀ ਕਹਿ ਰਹੇ ਹੈ, ਉਹ ਕਹਿ ਰਹੇ ਕਿ ਵੀ ਆਪਣੇ ਦਾਅਵੇ ਹੈ, ਪਰ ਇਹ ਆਉਣ ਵਾਲੇ ਸਮੇਂ 'ਚ ਫੈਸਲਾ ਹੋਏਗਾ ਭਾਜਪਾ ਕਿਵੇਂ ਬਾਕੀ ਰਾਜਾਂ ਦੇ ਵਿੱਚ ਵੀ ਪੰਜਾਬ ਸਮੇਤ ਅੱਗੇ ਆਉਂਦੀ ਹੈ, ਕਿਸਾਨੀ ਅੰਦੋਲਨ ਦਾ ਕੋਈ ਅਸਰ ਨਹੀਂ ਹੋਏਗਾ। ਖੈਰ ਇਹਦੇ ਤੇ ਬਹਿਸ ਕਰਨ ਦੀ ਕੋਈ ਬਹੁਤੀ ਜ਼ਰੂਰਤ ਨਹੀਂ ਹੈ, ਪਰ ਇੱਕ ਗੱਲ ਸਾਫ਼ ਆ, ਸਾਰੇ ਹੱਥ ਪੈਰ ਫੁੱਲ ਰਹੇ ਆ। ਸਾਰੀ ਜਗ੍ਹਾ ਬੜਾ ਔਖੀ ਘੜੀ ਬੀਜੇਪੀ ਤੇ ਆਈ ਹੋਈ ਹੈ। ਜਿੰਨੀ ਵੱਡੀ ਗਿਣਤੀ ਵਿੱਚ ਮੌਤਾਂ ਤੇ ਲਾਸ਼ਾਂ ਰੁਲੀਆਂ ਆ ਕੋਵਿਡ ਦੇ ਸਮੇਂ ਦੇ ਦੌਰਾਨ, ਔਰ ਜਿਸ ਕਿਸਮ ਨਾਲ ਚੋਣਾਂ ਜਿਹੜੀਆਂ ਹੁਣੇ ਆ, ਉਹ ਆ ਜਿਹੜੀਆਂ ਇਹਦੀਆਂ ਪੰਚਾਇਤਾਂ ਦੀਆਂ ਚੋਣਾਂ, ਜਿੰਨੇ ਵੱਡੇ ਪੱਧਰ ਤੇ ਧਾਂਦਲੀ ਤੇ ਧੱਕੇਸ਼ਾਹੀ ਕੀਤੀ ਹੈ ਲੋਕ ਇਹਨਾਂ ਚੋਣਾਂ 'ਚ, ਯੂਪੀ ਵਾਲੀ ਚੋਣਾਂ ਦੇ ਵਿੱਚ ਬਿਲਕੁਲ ਯੂਪੀ 'ਚ ਜਵਾਬ ਦੇਣਗੇ। ਤੇ ਜੇ ਜਿਸ ਤਰ੍ਹਾਂ ਪਹਿਲਾਂ 5 ਸੂਬਿਆਂ 'ਚ ਜਿਹੜਾ ਪੱਛਮੀ ਬੰਗਾਲ ਨੇ ਨਿਤਾਰਾ ਕਰਤਾ, ਐਤਕੀ ਯੂਪੀ ਪੂਰਾ ਨਿਤਾਰਾ ਕਰਨ ਜਾ ਰਹੀ ਹੈ। ਓਕੇ, ਮਿਹਰਬਾਨੀ ਤੁਹਾਡੀ ਗੱਲ ਆ ਗਈ। ਪ੍ਰੋਫੈਸਰ ਲਾਸਟ ਕਮੈਂਟ ਗਰੇਵਾਲ ਸਾਹਿਬ, ਮੈਂ ਤੁਹਾਡੇ ਨਾਲ ਵਾਅਦਾ ਕੀਤਾ ਸੀ ਕਿ ਲਾਸਟ ਕਮੈਂਟ ਤੁਹਾਡੇ ਆਪਾਂ ਲਵਾਂਗੇ। ਜਦੋਂ ਸਾਰੇ ਮਹਿਮਾਨਾਂ ਦੀ ਰਾਏ ਆਈ ਹੈ ਕਿਸਾਨ ਅੰਦੋਲਨ ਦੇ ਚੱਲਦਿਆਂ ਭਾਜਪਾ ਦੀ ਇਹਨਾਂ ਰਾਜਾਂ 'ਚ ਜਿਹੜੀ ਜ਼ਮੀਨ ਪੈਰਾਂ ਹੇਠੋਂ ਖਿਸਕਦੀ ਨਜ਼ਰ ਆ ਰਹੀ ਹੈ, ਤਾਂ ਫਿਰ ਕਿਉਂ ਨਹੀਂ ਇਸ ਮੁੱਦੇ ਦਾ ਕੋਈ ਹੱਲ ਕੱਢਿਆ ਜਾ ਸਕਦਾ? ਗਰੇਵਾਲ ਜੀ, ਬਹਿਸ ਦੇ ਵਿੱਚ ਬਹੁਤ ਸਾਰੇ ਸਵਾਲ ਉੱਠਦੇ ਆ, ਇਹ ਜਵਾਬ ਆਪਾਂ ਲੈਣਾ ਚਾਹਾਂਗੇ ਕਿ ਇਸ ਮੁੱਦੇ ਦਾ ਹੱਲ ਤਾਂ ਨਿਕਲਣਾ ਚਾਹੀਦਾ। ਗਰੇਵਾਲ ਜੀ। ਜਗਤਾਰ ਜੀ, ਮੈਂ ਲੋਕਤੰਤਰ ਨੂੰ ਪਿਆਰ ਤੇ ਸਤਿਕਾਰ ਕਰਨ ਵਾਲੇ ਲੋਕਾਂ ਨੂੰ ਅਪੀਲ ਕਰਦਾ ਕਿ ਪਹਿਲੀ ਗੱਲ ਤਾਂ ਕਿਸਾਨ ਲੀਡਰਾਂ ਦੀ ਜਿਹੜੀ ਹੈਂਕੜਬਾਜ਼ੀ ਆ, ਮਾਓਵਾਦੀਆਂ ਵਾਲੀ ਆ, ਜਿਹੜੀ ਲੀਡਰ ਕਰਦੇ ਆ, ਇਹ ਨਹੀਂ, ਇਹਨਾਂ ਦੀ ਰੋਕਣੀ ਚਾਹੀਦੀ ਆ। ਇਹ ਕਹਿੰਦੇ ਅਸੀਂ ਭਾਜਪਾ ਨੂੰ ਘੁੰਮਣ ਨਹੀਂ ਦੇਵਾਂਗੇ, ਜਾਣ ਨਹੀਂ ਦੇਵਾਂਗੇ, ਆਉਣ ਨਹੀਂ ਦੇਵਾਂਗੇ। ਇਹ ਕੌਣ ਹੁੰਦੇ ਆ ਰੋਕਣ ਵਾਲੇ? ਇਸ ਚੀਜ਼ ਨੂੰ ਰੋਕਣਾ ਸਰਕਾਰਾਂ ਦਾ ਕੰਮ ਹੁੰਦਾ, ਔਰ ਇਹ ਗੁੰਡਾਗਰਦੀ ਹੈ, ਇਹ ਆਤੰਕਵਾਦ ਆ। ਸਿੱਧਾ ਜਿਹੜੇ ਲੋਕਤੰਤਰ ਨੂੰ ਪਿਆਰ ਕਰਦੇ ਲੋਕ, ਬਿਲਕੁਲ ਗਰੇਵਾਲ ਜੀ, ਇਹਨਾਂ ਦੀ ਨਿੰਦਾ ਬਹਿਸ ਕਰ ਵੀ ਲਈ ਹੈ, ਇਹਦੇ ਤੇ ਬਹਿਸ ਕਰ ਵੀ ਲਈ ਹੈ, ਇਹਦੇ ਬਾਰੇ ਕੋਈ ਦੋ ਰਾਹ ਨਹੀਂ। ਤੁਸੀਂ ਜੋ ਕਹਿ ਰਹੇ ਹੋ ਤੁਹਾਡਾ ਵਿਊ ਪੁਆਇੰਟ ਹੈ, ਪਰ ਮੈਂ ਕਹਿਣਾ ਕਿ ਕਿਸਾਨ ਅੰਦੋਲਨ ਦੇ ਮੁੱਦੇ ਤੇ ਕਮੈਂਟ ਲੈਣਾ ਚਾਹੁੰਦਾ। ਗਰੇਵਾਲ ਜੀ ਸੁਣ ਲਓ ਗੱਲ, 14 ਕਰੋੜ ਵਰਕਰਾਂ ਨੂੰ, ਇਹ 14 ਕਰੋੜ ਵਰਕਰਾਂ ਨੂੰ ਜਿਸ ਤਰ੍ਹਾਂ ਦਾ ਥ੍ਰੈਟ ਕਰਦੇ ਆ, ਜਿਸ ਤਰ੍ਹਾਂ ਦੀ ਗੱਲ ਕਰਦੇ ਆ, ਇਹ ਇਹਨਾਂ ਦੀ ਟੈਂਡੈਂਸੀ ਗਲਤ ਹੈ। ਡੈਮੋਕ੍ਰੇਸੀ ਦਾ ਕਹਾਣ ਆ, ਡੈਮੋਕ੍ਰੇਸੀ ਦਾ ਕਤਲ ਆ। ਇਸ ਦੀ ਮੈਂ ਨਿੰਦਾ ਕਰਦਾ। ਜਿਹੜੇ ਲੋਕਤੰਤਰ ਨੂੰ ਪਿਆਰ ਕਰਨ ਵਾਲੇ ਲੋਕ, ਕਿਹੜੀ ਦਾ? ਗਰੇਵਾਲ ਜੀ, ਤੁਸੀਂ ਪੰਜਾਬ ਦੇ ਅਹਿਮ ਨੇਤਾ ਹੋ, ਕਿਸਾਨੀ ਅੰਦੋਲਨ ਨਾਲ ਜੁੜੇ ਹੋਏ ਹੋ,
ਹਿੰਸਾ ਦੇ ਉੱਤੇ, ਟਕਰਾਅ ਦੇ ਉੱਤੇ ਤੁਸੀਂ ਹਮੇਸ਼ਾ ਕਮੈਂਟ ਕਰਦੇ ਰਹੇ ਹੋ, ਅੱਜ ਵੀ ਕੀਤੇ ਡਿਬੇਟ ਦੇ ਵਿੱਚ। ਪਰ ਮੈਂ ਤੁਹਾਡੇ ਕਮੈਂਟ ਇਹ ਲੈਣਾ ਚਾਹੁੰਦਾ, ਕਿਸਾਨ ਅੰਦੋਲਨ ਜਿਸ ਪੜਾਅ ਤੇ ਖੜਾ ਹੈ, ਇਹਦਾ ਕੋਈ ਹੱਲ ਨਜ਼ਰ ਆਉਂਦਾ ਕਿ ਨਹੀਂ? ਭਾਜਪਾ ਨੂੰ ਪਹਿਲ ਕਦਮੀ ਕਰਨੀ ਚਾਹੀਦੀ ਇਹਦੇ ਹੱਲ ਲਈ, ਇਹਦੇ ਬਾਰੇ ਜ਼ਰੂਰ ਦੇਖੋ, ਬੋਲਣਾ। ਮੈਂ ਜਗਤਾਰ ਜੀ, ਜਦੋਂ ਤੱਕ ਇਹ ਇਦਾਂ ਦੀਆਂ ਧਮਕੀਆਂ ਦੇਣਗੇ, ਮੈਂ ਇਹਨਾਂ ਦੇ ਹੱਕ 'ਚ ਕੋਈ ਗੱਲ ਨਹੀਂ ਕਰ ਸਕਦਾ। ਮੈਂ ਇਹਨਾਂ ਚੀਜ਼ਾਂ ਦੇ ਬਿਲਕੁਲ ਸਖਤ ਖਿਲਾਫ ਹਾਂ ਜਿਹੜੇ ਡੈਮੋਕ੍ਰੇਸੀ ਦਾ ਘਾਣ ਕਰਦੇ ਹੋਣ। ਅਸੀਂ ਕਿਸਾਨ ਦੀ, ਜੈਨੂਅਨ ਕਿਸਾਨ ਦੀ ਕਦਰ ਕਰਦੇ ਹਾਂ, ਪਰ ਇਹ ਜਿਹੜੇ ਚੰਦ ਕਿਸਾਨ ਲੀਡਰ ਇਸ ਤਰ੍ਹਾਂ ਦੀ ਗੁੰਡਾਗਰਦੀ ਸਾਰੇ ਨਹੀਂ ਕਰ ਰਹੇ। ਇਹ 5-7 ਹੀ ਨੇ ਜਿਨ੍ਹਾਂ ਦੀ ਇਸ ਤਰ੍ਹਾਂ ਦੀ ਸੋਚ ਆ ਸੰਗਠਨਾਂ ਦੀ, ਉਹ ਇਹ ਕਰ ਰਹੇ ਆ ਔਰ ਕਿਸਾਨ ਅੰਦੋਲਨ ਨੂੰ ਵੀ ਢਾਹ ਲਾ ਰਹੇ ਆ, ਦੇਸ਼ ਦਾ ਵੀ ਨੁਕਸਾਨ ਕਰ ਰਹੇ ਆ। ਇਹ ਨਹੀਂ ਹੋਣਾ ਚਾਹੀਦਾ। ਮੈਂ ਇਹਨਾਂ ਨੂੰ ਪ੍ਰਾਰਥਨਾ ਕਰਦਾ, ਇਸ ਦੇਸ਼ 'ਚ ਲੋਕਤੰਤਰ ਨੂੰ ਮਜ਼ਬੂਤ ਰਹਿਣ ਦਿਓ। ਭਾਜਪਾ ਨੂੰ ਹਰਾ ਦਿਓ, ਹਟਾ ਦਿਓ, ਉਹਦਾ ਕੋਈ ਫਰਕ ਨਹੀਂ। ਕਾਂਗਰਸ ਨੂੰ ਹਰਾ ਦਿਓ, ਕੋਈ ਫਰਕ ਨਹੀਂ। ਪਰ ਖੇਤੀ ਕਾਨੂੰਨਾਂ ਦੇ ਕਿਸਾਨ ਸੱਤਾ 'ਚ ਆ ਜਾਣ, ਕੋਈ ਫਰਕ ਨਹੀਂ। ਖੇਤੀ ਕਾਨੂੰਨ ਗਰੇਵਾਲ ਜੀ ਗੁੰਡਾਗਰਦੀ ਬੰਦ ਹੋਣੀ ਚਾਹੀਦੀ ਹੈ। ਗਰੇਵਾਲ ਜੀ ਗੁੰਡਾਗਰਦੀ ਬਾਰੇ ਬਿਲਕੁਲ ਤੁਹਾਡੇ ਕਮੈਂਟ ਆ ਗਏ ਹੈ, ਪਰ ਤਿੰਨੇ ਖੇਤੀ ਕਾਨੂੰਨ ਜਿਹੜੀ ਸਰਕਾਰ ਰੱਦ ਕਰੇਗੀ ਕਿ ਨਹੀਂ ਕਰੇਗੀ, ਕੋਈ ਡਾਇਲਾਗ ਓਪਨ ਹੋਏਗਾ ਕਿ ਨਹੀਂ ਹੋਏਗਾ? 8 ਮਹੀਨੇ ਹੋ ਗਏ ਇਹ ਸਰਕਾਰ, ਬਹੁਤ ਸਾਫਾ ਕਰੀਆਂ। ਮੈਂ ਇਸ ਮੁੱਦੇ ਤੇ ਜਵਾਬ ਸਰਕਾਰ ਦਾ ਕਿ ਕੋਈ ਡਾਇਲਾਗ ਸ਼ੁਰੂ ਹੋਏਗਾ ਕਿ ਨਹੀਂ ਹੋਏਗਾ? ਇੱਕ ਮਿੰਟ, ਇਹ ਸਰਕਾਰ ਦੀ ਸਿੱਧੀ ਮਤ ਹੈਗਾ ਕਿ ਕਾਨੂੰਨਾਂ ਦੇ ਅੰਦਰ ਜੋ ਇਹ ਸੋਧ ਚਾਹੁੰਦੇ ਆ, ਜੋ ਕੁਝ ਚਾਹੁੰਦੇ ਆ, ਉਹ ਹੋ ਜਾਏਗਾ। ਪਰ ਇਹ ਕਾਨੂੰਨ ਜਿਹੜੇ ਰੱਦ ਕਰਨ ਦੀ ਗੱਲ ਆ, ਰਿਪੀਟ ਕਰਨ ਦੀ ਗੱਲ ਆ, ਉਹ ਸਰਕਾਰ ਨੇ ਨਹੀਂ ਕਰਨੇ। ਉਹ ਸਰਕਾਰ ਦੀ ਪਾਲਿਸੀ ਹੈ। ਇਹ ਮੈਂ ਥੈਂਕ ਯੂ ਵੈਰੀ ਮਚ ਗਰੇਵਾਲ ਜੀ, ਤੁਹਾਡਾ ਵਿਊ ਬਣ ਆ ਗਿਆ। ਇਸ ਖੇਤੀ ਨਾਲ ਜੁੜੇ 3 ਖੇਤੀ ਕਾਨੂੰਨ ਰੱਦ ਕਰਾਉਣ ਦੇ ਮੁੱਦੇ ਤੇ ਜਿਹੜੇ ਮਹਿਮਾਨ ਆਏ ਆ, ਸਾਰੇ ਮਹਿਮਾਨਾਂ ਦਾ ਮੈਂ ਧੰਨਵਾਦੀ ਹਾਂ। ਮਿਹਰਬਾਨੀ। 3 ਖੇਤੀ ਕਾਨੂੰਨ ਰੱਦ ਕਰਵਾਉਣ ਦੇ ਮੁੱਦੇ ਤੇ ਜਿਹੜੇ ਮਹਿਮਾਨ ਬੇਨਤੀ ਪ੍ਰਵਾਨ ਕਰਕੇ ਸਾਡੇ ਪੈਨਲ ਤੇ ਚੈਨਲ ਤੇ ਜੁੜੇ, ਸਾਰਿਆਂ ਦਾ ਬਹੁਤ ਧੰਨਵਾਦ। ਜਿੱਦਾਂ ਆਪਾਂ ਸ਼ੁਰੂ 'ਚ ਕਿਹਾ ਸੀ ਕਿ ਮਹਿਮਾਨਾਂ ਦੀ ਰਾਏ ਵੱਖਰੀ ਹੋ ਸਕਦੀ ਹੈ, ਪਰ ਇੱਕ ਗੱਲ ਬੜੀ ਸਾਫ਼ ਹੈ ਜਿਹੜੀ ਬਹਿਸ 'ਚ ਉੱਭਰ ਕੇ ਸਾਹਮਣੇ ਆਈ ਹੈ ਕਿ ਜੇਕਰ 3 ਖੇਤੀ ਕਾਨੂੰਨ ਰੱਦ ਨਹੀਂ ਆਉਣਗੇ ਤਾਂ ਆਉਣ ਵਾਲੇ ਸਮੇਂ ਜਿਹੜੀਆਂ ਆ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਵੱਖ-ਵੱਖ ਸੂਬਿਆਂ 'ਚ ਕਿਸਾਨ ਇੱਕ ਚੁਣੌਤੀ ਦੇ ਤੌਰ ਤੇ ਉੱਭਰ ਕੇ ਸਾਹਮਣੇ ਆਉਣਗੇ ਭਾਜਪਾ ਆਗੂਆਂ ਨੂੰ। ਇਹ ਵੱਖਰੀ ਗੱਲ ਹੈ ਕਿ ਇਹਨਾਂ ਸੂਬਿਆਂ ਦੇ ਲੋਕ ਕਿਸ ਤਰ੍ਹਾਂ ਭਰਨਗੇ ਹੰਗਾਰਾ। ਇਹਨਾਂ ਮਾਮਲਿਆਂ 'ਚ, ਇਹਨਾਂ ਮੁੱਦਿਆਂ ਤੇ ਆਉਣ ਲਈ ਤੁਹਾਡੇ ਸਾਰਿਆਂ ਵੱਲੋਂ ਇੱਕ ਵਾਰ ਮੁੜ ਕੇ ਆਪਣੇ ਸਾਰੇ ਮਹਿਮਾਨਾਂ ਦਾ ਧੰਨਵਾਦੀ ਹਾਂ ਤੇ ਇਸ ਦੇ ਨਾਲ ਹੀ ਤੁਹਾਡੇ ਕੋਲੋਂ ਵੀ ਲਵਾਂਗਾ ਇਜਾਜ਼ਤ। ਸਤਿ ਸ੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।